ਪੰਜਾਬੀ ਰੇਡੀਓ ਜਿਵੇਂ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਦਵਾਈਆਂ ਤੋਂ ਉਤਰ ਸਕੀਏ, ਜਾਂ ਜਿਹੜੀਆਂ ਆਪਾਂ ਦਵਾਈਆਂ ਡਾਕਟਰਾਂ ਦੀਆਂ ਖਾਂਦੇ ਹਾਂ, ਐਲੋਪੈਥੀ ਖਾਂਦੇ ਹਾਂ, ਉਹਨਾਂ ਤੋਂ ਥੋੜ੍ਹਾ ਜਿਹਾ ਛੁਟਕਾਰਾ ਪਵੇ, ਘੱਟ ਹੋ ਜਾਣ। ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਡਾਕਟਰ ਤੋਂ ਬਿਮਾਰੀ ਕੀ ਹੈਗੀ ਹੈ, ਤਾਂ ਉਸ ਦਾ ਤੁਸੀਂ ਦੇਸੀ ਤਰੀਕੇ ਦੇ ਨਾਲ ਇਲਾਜ ਕਰਨਾ ਸ਼ੁਰੂ ਕਰ ਸਕਦੇ ਹਾਂ, ਜਾਂ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਘਰਾਂ ਵਿੱਚ ਪਈਆਂ ਹੁੰਦੀਆਂ ਨੇ। ਹੋਰ ਇਹ ਸਿਰਫ ਇਕੱਲਾ ਸਾਡੇ ਪੰਜਾਬੀਆਂ ਦੇ ਵਿੱਚ ਹੀ ਨਹੀਂ, ਇਹ ਬਹੁਤ ਸਾਰੇ ਹੋਰ ਲੋਕ ਵੀ ਆ, ਚਾਈਨੀਜ਼ ਹੈਗੇ ਆ, ਅਫਰੀਕਨ ਹੈਗੇ ਆ, ਇਹ ਮੈਕਸੀਕਨ ਹੈਗੇ ਆ, ਇਹ ਦੇਸੀ ਚੀਜ਼ਾਂ ਨੂੰ ਬਹੁਤ ਵਰਤਦੇ ਆਪਣੇ ਘਰਾਂ ਦੇ ਵਿੱਚ। ਜਿਸ ਤਰ੍ਹਾਂ ਕਦੀ ਕਦੀ ਅਸੀਂ ਗੱਲ ਕਰਦੇ ਹਾਂ ਮੈਕਸੀਕਨ ਮੂਲ ਦੇ ਲੋਕਾਂ ਨਾਲ ਵੀ, ਅਤੇ ਉਹ ਦੇਸੀ ਚੀਜ਼ਾਂ ਬਹੁਤ ਵਰਤਦੇ ਆ। ਉਹ ਵੀ ਬਿਲੀਵ ਕਰਦੇ ਆ ਕਿ ਜਿਹੜੀਆਂ ਦਵਾਈਆਂ ਹੁੰਦੀਆਂ ਆ ਉਹਨਾਂ ਦੇ ਨਾਲ ਸਾਈਡ ਇਫੈਕਟ ਬਹੁਤ ਹੁੰਦੇ ਆ, ਕਿਉਂਕਿ ਉਹ ਤਾਂ ਪੜ੍ਹ ਹੀ ਸਕਦੇ ਆ ਤੁਸੀਂ। ਜਦੋਂ ਤੁਸੀਂ ਦਵਾਈ ਲੈ ਕੇ ਆਉਂਦੇ ਆ, ਉਸ ਦੇ ਉੱਤੇ ਤੁਹਾਡੇ ਸਾਈਡ ਇਫੈਕਟ ਲਿਖੇ ਹੁੰਦੇ ਆ ਕਿ ਇਸ ਦਵਾਈ ਨੂੰ ਵਰਤਣ ਦੇ ਨਾਲ ਤੁਹਾਨੂੰ ਕਿਹੜੇ ਕਿਹੜੇ ਸਾਈਡ ਇਫੈਕਟ ਹੋ ਸਕਦੇ ਆ। ਸੋ ਸਾਰਿਆਂ ਨੂੰ ਲੋੜ ਆ ਸਾਈਡ ਇਫੈਕਟ ਤੋਂ ਬਚਣ ਦੀ। ਅਸੀਂ ਇਹ ਤਾਂ ਬਿਲਕੁਲ ਨਹੀਂ ਤੁਹਾਨੂੰ ਕਹਿੰਦੇ ਕਿ ਹਾਂ ਜੀ ਤੁਸੀਂ ਡਾਕਟਰ ਦੇ ਜਾਣਾ ਹੀ ਨਹੀਂ। ਡਾਕਟਰ ਦੇ ਜਾ ਕੇ ਪਤਾ ਤਾਂ ਕਰਨਾ ਪੈਣਾ ਆ ਕਿ ਤੁਹਾਨੂੰ ਪ੍ਰੋਬਲਮ ਕੀ ਆ, ਬਿਮਾਰੀ ਕੀ ਆ, ਉਸ ਦਾ ਇਲਾਜ ਜ਼ਰੂਰ ਪੁੱਛਣਾ ਪਊਗਾ। ਜਿਹੜੀਆਂ ਆਮ ਬਿਮਾਰੀਆਂ ਹੁੰਦੀਆਂ ਆ, ਆਪਾਂ ਨੂੰ ਪਤਾ ਆ ਕਿ ਆਪਾਂ ਨੂੰ ਕਿ ਸ਼ੂਗਰ ਆ, ਬਲੱਡ ਪ੍ਰੈਸ਼ਰ ਆ, ਥਾਇਰਾਇਡ ਆ, ਇਸ ਤਰ੍ਹਾਂ ਦੀਆਂ ਬਹੁਤ ਜਿਹੜੀਆਂ ਛੋਟੀਆਂ ਛੋਟੀਆਂ ਬਿਮਾਰੀਆਂ, ਪੈਰ ਦੁਖਦੇ ਆ, ਨਮਨੈਸ ਹੋਈ ਆ, ਖੰਘ ਆ, ਰੇਸ਼ਾ ਆ, ਜ਼ੁਕਾਮ ਆ। ਕਈ ਵਾਰੀ ਜ਼ੁਕਾਮ ਦੇ ਲਈ ਵੀ ਮੈਂ ਲੋਕਾਂ ਨੂੰ ਦੇਖਿਆ ਕਿ ਮਹੀਨਾ ਵੇਟ ਕਰਦੇ ਰਹਿੰਦੇ ਡਾਕਟਰ ਦੇ ਜਾਣ ਦੀ। ਬੇਸ਼ੱਕ ਜ਼ੁਕਾਮ ਹਟ ਵੀ ਜਾਂਦਾ, ਪਰ ਕਹਿੰਦੇ ਦਿਖਾ ਲੈਣਾ ਤਾਂ ਪੈਣਾ ਨਾ। ਕਈਆਂ ਨੂੰ ਇਹ ਜਿਹੜਾ ਨਾ ਇੱਕ ਬਿਮਾਰੀ ਵੀ ਲੱਗੀ ਹੋਈ ਆ ਬਹੁਤੇ ਲੋਕਾਂ ਨੂੰ, ਕਿ ਆਪਾਂ ਜੇ ਬਿਮਾਰੀ ਹਟ ਵੀ ਗਈ ਹੈ ਤਾਂ ਜਾਣਾ ਆ। ਜੇ ਤੁਸੀਂ ਹੁਣ ਚਾਹੁੰਦੇ ਆ ਤਾਂ ਅਗਲੇ ਨੇ ਤਾਂ ਤੁਹਾਨੂੰ ਬਈ ਕੋਈ ਦਵਾਈ ਦੇਣੀ ਆ, ਦੱਸਣਾ ਹੀ ਦੱਸਣਾ। ਸੋ ਕੋਸ਼ਿਸ਼ ਕਰਿਆ ਕਰੋ, ਜੇ ਤੁਹਾਡੇ ਕੋਲ ਕੋਈ ਹੋਮ ਰੈਮਡੀ ਹੈਗੀ ਆ ਉਹ ਸ਼ੇਅਰ ਕਰਿਆ ਕਰੋ। ਹੋਮ ਰੈਮਡੀ ਤਾਂ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ, ਜੇ ਨਹੀਂ ਕਿਸੇ ਦੇ ਹੈਗੀਆਂ ਅਤੇ ਉਹ ਤੁਹਾਨੂੰ ਈਜ਼ੀਲੀ ਜੋ ਦੱਸੀਆਂ ਜਾਂਦੀਆਂ ਆ ਸਟੋਰਾਂ ਤੋਂ ਮਿਲ ਜਾਂਦੀਆਂ। ਪਰ ਜਦੋਂ ਕੋਈ ਬਿਮਾਰੀ ਬਾਰੇ ਪੁੱਛਦਾ ਆ ਅਤੇ ਤੁਹਾਡੇ ਕੋਲ ਜੇ ਕਿਸੇ ਕੋਲ ਇਲਾਜ ਹੁੰਦਾ ਤਾਂ ਤੁਸੀਂ ਜ਼ਰੂਰ ਦੱਸ ਦਿਆ ਕਰੋ, ਸ਼ੇਅਰ ਜ਼ਰੂਰ ਕਰ ਲਿਆ ਕਰੋ। ਬਹੁਤ ਸਾਰੇ ਲੋਕਾਂ ਨੂੰ ਆਰਾਮ ਆਇਆ, ਜਿਨ੍ਹਾਂ ਨੂੰ ਡਾਕਟਰਾਂ ਤੋਂ ਨਹੀਂ ਸੀ ਆਰਾਮ ਆਇਆ, ਕਈਆਂ ਨੂੰ, ਉਹਨਾਂ ਨੂੰ ਬਹੁਤ ਸਾਰਿਆਂ ਨੂੰ ਆਰਾਮ ਆਇਆ ਆ। ਸ਼ੂਗਰ ਆ, ਬਲੱਡ ਪ੍ਰੈਸ਼ਰ ਆ, ਥਾਇਰਾਇਡ ਵਗੈਰਾ ਇਸ ਤਰ੍ਹਾਂ ਦੀਆਂ ਬਿਮਾਰੀਆਂ ਆ। ਮਾਈਗ੍ਰੇਨ ਆ, ਮਾਈਗ੍ਰੇਨ ਦਾ ਜ਼ਰੂਰ ਪੁੱਛਾਂਗੇ। ਲੋਕਾਂ ਨੂੰ ਬਹੁਤ ਭੈੜੀ ਮਾਈਗ੍ਰੇਨ ਆ। ਜੇ ਕਿਸੇ ਨੂੰ ਇਹਨਾਂ ਇਲਾਜਾਂ ਦਾ ਪਤਾ ਹੋਇਆ ਤਾਂ ਦੁਹਰਾ ਜ਼ਰੂਰ ਦਿਓ, ਕਿ ਉਹ ਕਈ ਵਾਰ ਜਿਹੜੇ ਸਾਡੇ ਕਾਲਰਸ ਆ, ਸਾਡੇ ਲਿਸਨਰ ਆ, ਉਹ ਨਵੇਂ ਜੁੜਦੇ ਆ, ਉਹਨਾਂ ਨੇ ਪਹਿਲੇ ਪ੍ਰੋਗਰਾਮ ਸੁਣੇ ਨਹੀਂ ਹੁੰਦੇ ਅਤੇ ਮੈਂ ਸਾਰੇ ਲਿਖੇ ਨਹੀਂ ਹੁੰਦੇ। ਕਈ ਵਾਰੀ ਤੁਸੀਂ ਫਿਰ ਅੱਗੇ ਪਿੱਛੇ ਕਾਲ ਕਰਦੇ ਆ। ਸਿਰਫ ਮੰਗਲਵਾਰ ਤੁਸੀਂ ਪੁੱਛ ਸਕਦੇ ਆ ਇਸ ਪ੍ਰੋਗਰਾਮ ਦੇ ਵਿੱਚ ਕਿ ਪ੍ਰੋਬਲਮ ਕੀ ਹੈਗੀ ਆ, ਅਤੇ ਉਸ ਦੇ ਬਾਰੇ ਜਿਹੜੇ ਸਾਡੇ ਕਾਲਰ ਹੀ ਹੈਗੇ ਆ ਉਹ ਦੱਸ ਜਾਂਦੇ ਆ। ਜੇ ਕਿਸੇ ਨੂੰ ਪਤਾ ਹੋਵੇ ਕਿਸੇ ਚੀਜ਼ ਦਾ, ਉਹੀ ਦੱਸ ਜਾਂਦੇ ਆ। ਅਤੇ ਵੀਰਵਾਰ ਨੂੰ ਜਗਵੀਰ ਸਿੰਘ ਹੁੰਦੇ ਆ, ਉਹਦੇ ਵਿੱਚ ਕਾਲ ਕੋਈ ਨਹੀਂ ਲਈ ਜਾਂਦੀ। ਉਹ ਸਿਰਫ ਅਤੇ ਸਿਰਫ ਉਹ ਮੰਗਲਵਾਰ ਦਾ ਸੁਣ ਕੇ ਹੀ ਪ੍ਰੋਗਰਾਮਾਂ ਦੇ ਵਿੱਚ ਕਿ ਇਹਨੂੰ ਕਿਹੜੀ ਪ੍ਰੋਗਰਾਮ ਆ, ਜਿਹੜਾ ਪ੍ਰੋਬਲਮ ਆ ਅਤੇ ਕਿਹਦਾ ਇਲਾਜ ਨਹੀਂ ਦੱਸਿਆ ਗਿਆ, ਉਹਦੇ ਬਾਰੇ ਦੱਸਦੇ ਆ। ਅਤੇ ਤੁਸੀਂ ਕਾਲ ਕਰ ਸਕਦੇ ਹੋ 4082725200। ਐਤਵਾਰ ਨੂੰ ਜਦੋਂ ਤੁਸੀਂ ਇਹ ਰਾਤ ਨੂੰ ਸੁਣ ਰਹੇ ਹੋਵੋਗੇ ਪ੍ਰੋਗਰਾਮ, ਉਸ ਟਾਈਮ 'ਤੇ ਅਸੀਂ ਕਾਲ ਨਹੀਂ ਲੈਂਦੇ। ਕਈਆਂ ਕੋਲ ਇਲਾਜ ਹੁੰਦਾ ਉਸ ਵੇਲੇ, ਪਰ ਇਹ ਇਲਾਜ ਦਾ ਜਵਾਬ ਤੁਸੀਂ ਮੰਗਲਵਾਰ ਹੀ ਦੇ ਸਕਦੇ ਆ, ਕਿਉਂਕਿ ਐਤਵਾਰ ਨੂੰ ਇਹ ਪ੍ਰੋਗਰਾਮ ਰਿਕਾਰਡਡ ਹੁੰਦਾ। ਅਤੇ ਬਾਕੀ ਪੰਜਾਬੀ ਰੇਡੀਓ ਜਵਾਸੇ ਨਾਲ ਤੁਸੀਂ ਜੁੜਦੇ ਹੋ ਜੀ, ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਹੋਰ ਵੱਖ ਸਾਧਨਾਂ ਰਾਹੀਂ ਤੁਸੀਂ ਪੰਜਾਬੀ ਰੇਡੀਓ ਜਵਾਸੇ ਨਾਲ ਜੁੜਦੇ ਆ। ਸਾਨੂੰ ਸਾਰਿਆਂ ਨੂੰ ਜੀ ਆਇਆਂ, ਸਤਿ ਸ਼੍ਰੀ ਅਕਾਲ ਆ। ਜਿਹੜੇ ਪਿੱਛੋਂ ਵੀ ਸੁਣ ਰਹੇ ਹੋ, ਰਿਪੀਟ ਸੁਣ ਰਹੇ ਹੋ, ਦੇਸ਼ ਵਿਦੇਸ਼ ਬੈਠੇ ਹੋ, ਕਿਤੇ ਵੀ ਬੈਠੇ ਹੋ, ਆਪ ਸਭ ਨੂੰ ਜੀ ਆਇਆਂ। ਘਰਾਂ ਵਿੱਚ ਸੁਣ ਰਹੇ ਹੋ, ਜਿੱਥੇ ਘਰਾਂ ਵਿੱਚ ਚੱਲਦਾ, ਘਰਾਂ ਵਿੱਚ ਚੱਲ ਰਿਹਾ, ਜਾਂ ਤੁਸੀਂ ਐਪ ਨੂੰ ਡਾਊਨਲੋਡ ਕੀਤਾ ਹੋਇਆ, ਕਿਸੇ ਵੀ ਤਰ੍ਹਾਂ ਤੁਸੀਂ ਜੁੜੇ ਹੋਏ, ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ। ਅਤੇ ਚੱਲਦੇ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਸਰਬਜੀਤ ਸਿੰਘ ਜੀ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਥੈਂਕ ਯੂ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਸਾਰੇ ਹੁੰਦੇ ਆ। ਥੈਂਕ ਯੂ ਜੀ। ਇੱਕ ਮੈਂ 3 ਵੀਕਾਂ ਪਹਿਲਾਂ ਦੱਸਿਆ ਸੀਗਾ ਡੈਂਡਰਫ ਤੋਂ, ਉਹ ਬੀਬੀ ਦੇ ਭੈਣ ਨੇ ਦੱਸਿਆ ਜਿੱਦਾਂ 2 ਵਾਰੀ ਲਾਉਣ ਦੇ ਨਾਲ ਹੀ ਹਟ ਜਾਂਦੀ ਆ, ਪਰ ਮੇਰੇ ਕੋਲ ਦੁਬਾਰਾ ਲਿਖ ਨਹੀਂ ਹੋਇਆ। ਕੋਈ ਇੱਕ ਅੱਧੀ ਚੀਜ਼ ਯਾਦ ਹੋਵੇ? ਨਹੀਂ, ਉਹ ਇੱਕੋ ਹੀ ਚੀਜ਼ ਦੱਸੀ। ਸ਼ੈਂਪੂ ਸੀਗਾ? ਹਾਂਜੀ, ਸ਼ੈਂਪੂ ਦਾ ਨਾਮ ਸੀਗਾ। ਮੈਂ ਸ਼ੈਂਪੂ ਸੈਲਸਨ ਬਲੂ ਹੈਗਾ 2%, ਉਹ ਤੁਹਾਨੂੰ ਵਾਲਮਾਰਟ 'ਚੋਂ ਮਿਲ ਜਾਣਾ। ਉਹਦਾ ਵੈਸੇ ਢੱਕਣ ਵੀ ਮੈਂ ਦੱਸਦਾ ਈਜ਼ੀ ਨਿਸ਼ਾਨੀ ਆ, ਪੀਲਾ ਆ। ਅੱਛਾ, ਠੀਕ ਹੈ। ਹਾਂਜੀ। ਇੱਕ ਹੋਰ ਕੁਐਸਚਨ, ਜਿੱਦਾਂ ਮੇਰਾ ਲੜਕਾ ਆ 17 ਸਾਲ ਦੀ ਏਜ ਆ। ਹਾਂਜੀ। ਉਹਦੇ ਪਿੱਛੇ ਆ ਗਿੱਚੀ ਦੇ ਵਿੱਚ, ਜਿੱਦਾਂ ਨਹੀਂ ਜਨਮ ਤੋਂ ਨਿਆਣੇ ਦੇ ਹੁੰਦਾ ਨਿਸ਼ਾਨ ਜਿਹਾ ਪਿੱਛੇ। ਹਾਂਜੀ, ਉਹ ਆ ਜਿੱਦਾਂ ਅਸੀਂ ਇੱਥੇ ਡਾਕਟਰ ਦੇ ਵੀ ਚੈੱਕ ਕਰਾਇਆ ਸੀ, ਕੋਈ ਗੱਲ ਨਹੀਂ ਬਈ ਇੱਥੇ ਜਨਮ ਤੋਂ ਕਈਆਂ ਨਿਆਣੇ ਦੇ ਹੁੰਦਾ ਹੀ ਆ ਨਿਸ਼ਾਨ ਹੀ ਆ ਨਾ।
ਹਾਂਜੀ ਤਾਂ ਆਪਣੇ 25 ਪੈਸੇ ਨਹੀਂ ਹਾਂਜੀ 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 ਉਹ ਕਈਆਂ ਦੇ ਹੁੰਦਾ, ਉਹ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਵੈਸੇ। ਠੀਕ ਹੈ ਜੀ। ਉਹ ਕਈ ਵਾਰ ਉਹਦਾ ਸਿਰ ਦੁਖਣ ਲੱਗ ਪੈਂਦਾ, ਉਹ ਕਈ ਵਾਰ ਤਾਂ ਕੁਝ ਡਰ ਜਿਹਾ ਹੋ ਜਾਂਦਾ ਸੀ ਵੀ ਇਦਾਂ ਦਾ ਨਾ ਹੋਵੇ। ਅੱਛਾ, ਉਹ ਨਿਸ਼ਾਨ ਦੇ ਨਾਲ ਤਾਂ ਨਹੀਂ ਦੁਖਣਾ ਚਾਹੀਦਾ, ਜੇ ਉਹ ਬਰਥ ਮਾਰਕ ਹੈਗਾ ਆ ਵੈਸੇ ਉਹ। ਹਾਂ, ਤੇ ਜੇ ਉਹਦਾ ਵੈਸੇ ਸਿਰ ਦੁਖਦਾ ਉਹ ਤੁਸੀਂ ਜ਼ਰੂਰ ਦਿਖਾਓ। ਨਹੀਂ ਉੱਦਾਂ ਕਿਤੇ ਹੀ ਦੁਖਦਾ, ਉੱਦਾਂ ਉਹਨੂੰ ਵਹਿਮ ਜਿਹਾ ਹੋ ਜਾਂਦਾ, ਕਹਿੰਦਾ ਡੈਡੀ ਇਹਦੇ ਕਰਕੇ ਨਾ। ਨਹੀਂ ਬਰਥ ਮਾਰਕ ਤੋਂ ਨਹੀਂ ਹੁੰਦਾ, ਉਹਨੂੰ ਕਹੇ ਆਪ ਗੂਗਲ ਤੇ ਜਾ ਕੇ ਦੇਖ ਤੂੰ, ਬਰਥ ਮਾਰਕ ਤੋਂ ਕੁਝ ਨਹੀਂ ਹੁੰਦਾ। ਇਹਦਾ ਕੋਈ ਇਦਾਂ ਤਾਂ ਨਹੀਂ ਆਪਾਂ ਨੂੰ ਇਲਾਜ ਕੋਈ ਦੱਸੀ ਜਾਊਗਾ? ਨਹੀਂ ਬਰਥ ਮਾਰਕ ਦਾ ਕੋਈ ਇਲਾਜ ਨਹੀਂ ਹੈਗਾ, ਉਹ ਤਾਂ ਕਈਆਂ ਦੇ ਹੁੰਦਾ ਹੀ ਨਹੀਂ। ਹਾਂਜੀ ਹਾਂਜੀ ਹੈਗਾ ਗਿੱਚੀ ਦੇ ਵਿੱਚ। ਜੇ ਡਾਕਟਰ ਕਹਿੰਦੇ ਵਧਿਆ ਫੇਰ ਦੁਬਾਰਾ ਆਇਓ। ਨਹੀਂ ਮੋਟਾ ਹੋ ਗਿਆ ਜਾਂ ਵੈਸੇ ਹੀ ਦਾਗ ਆ? ਨਹੀਂ ਵੈਸੇ ਹੀ ਦਾਗ ਹੀ ਹੈ ਜੀ। ਅੱਛਾ, ਜੇ ਤਾਂ ਹੈਗਾ ਬਰਥ ਮਾਰਕ ਡਾਕਟਰ ਨੇ ਕਿਹਾ ਫਿਰ ਤਾਂ ਠੀਕ ਆ। ਡਾਕਟਰ ਨੇ ਤਾਂ ਹੀ ਬਰਥ ਮਾਰਕ ਦੂਜਾ ਮਾਰਕ ਕਰਿਆ ਜੀ। ਠੀਕ ਹੈ ਚਲੋ ਫਿਰ ਰਹਿਣ ਦੇ ਵਿੱਚ ਇਦਾਂ ਹੀ ਕੋਈ ਹੈ ਨਹੀਂ, ਉਹਦਾ ਕੋਈ ਡਰ। ਹਾਂਜੀ ਠੀਕ ਹੈ ਜੀ, ਥੈਂਕ ਯੂ। ਚਲੋ ਓਕੇ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂ, ਜੇ ਤੁਹਾਨੂੰ ਕਿਸੇ ਚੀਜ਼ ਦੀ ਤਕਲੀਫ ਨਹੀਂ, ਬਰਥ ਮਾਰਕ ਬਹੁਤਿਆਂ ਦੇ ਹਾਂ ਕਈ ਵਾਰੀ ਮੂੰਹ 'ਤੇ ਸਾਹਮਣੇ ਹੁੰਦਾ, ਕਿਸੇ ਦੀ ਬਾਂਹ 'ਤੇ ਹੁੰਦਾ, ਲੱਤ 'ਤੇ ਹੁੰਦਾ, ਗਿੱਟੇ 'ਤੇ ਹੁੰਦਾ ਆ। ਬਰਥ ਮਾਰਕ ਨੂੰ ਤੁਸੀਂ ਕੀ ਕਰ ਸਕਦੇ ਆ? ਸਰਜੀਤ ਕੌਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੈਂ ਨਾ ਮੰਗਲਵਾਰ ਨਹੀਂ ਤਾਂ ਬਾਹਰ ਗਈ। ਹਾਂਜੀ, ਤੇ ਉਹ ਰਾਤ ਸੁੰਡਰ ਮਿਲਾ ਕੇ ਉਹ ਤਾਂ ਮੈਂ ਨਾ ਭੁੱਲ। ਇੱਕੋ ਚੀਜ਼ ਉਹ 'ਚ ਦੱਸੀ ਸੀ ਮਿਲਾਉਣੀ। ਹਾਂਜੀ ਠੀਕ ਆ। ਉਹਦੇ ਵਿੱਚ ਉਹ ਇੱਕੋ ਚੀਜ਼ ਕੋਈ ਸ਼ਹਿਦ ਵਿੱਚ। ਅੱਛਾ ਜੀ, ਚਲੋ ਦੁਬਾਰਾ ਪੁੱਛਦੇ ਹਾਂ। ਹਾਂਜੀ ਦੁਬਾਰਾ ਦਾ ਇੱਕ ਨਾ ਉਹਨੇ ਰਾਤ ਵੀ ਦਾ ਇਲਾਜ ਦੱਸਿਆ, ਮੈਂ ਉਹਦਾ ਨਾਂ ਨਹੀਂ ਜਾਣਦੀ। ਇੱਕ ਵਾਰੀ ਨਾ ਮੈਂ ਬਾਹਰ ਗਈ ਸੀ ਤਾਂ ਉਹਨਾਂ ਦਾ ਪ੍ਰੋਗਰਾਮ ਮੇਰਾ ਨੈਟ ਕੱਟ ਹੋ ਸੀ। ਜੇ ਕਿਸੇ ਵੀ ਅਫਸਰ ਉਹਦੇ ਬਾਰੇ ਪੁੱਛਣ ਲਈ ਤਾਂ ਵੀ ਫੋਨ ਕਰ ਲਵੇ। ਉਹਨਾਂ ਆਪਣਾ ਫੋਨ ਲਿਖਾਇਆ। ਰਾਤ ਉਹਨਾਂ ਨੇ ਰਸੋਈ ਦਾ ਦੱਸਿਆ, ਉਸ ਬੀਬੀ ਦਾ ਨਾਂ ਦਾ ਨਹੀਂ ਪਤਾ। ਮੇਰਾ ਨੰਬਰ ਤੁਸੀਂ ਮੈਂ ਬੋਲ ਦਵਾਂ, ਜੇ ਬੀਬੀ ਸੁਣਦੀ ਹੋਵੇ ਮੈਨੂੰ ਆਪਣਾ ਨੰਬਰ ਦੇ ਦੇਵੇ, ਮੈਂ ਉਹਨਾਂ ਗੱਲ ਕਰਨੀ। ਬੋਲ ਦੋ ਤੁਸੀਂ ਆਪਣਾ ਨੰਬਰ। ਜੇ ਕੋਈ ਹੋਰ ਬਹੁਤੀਆਂ ਕਾਲਾਂ ਆਈਆਂ ਅਸੀਂ ਰਿਸਪੌਂਸੀਬਲ ਨਹੀਂ ਤੁਹਾਡੇ ਲਈ। ਹਾਂਜੀ 604 572 44 ਠੀਕ ਹੈ। ਹਾਂਜੀ ਉਹ ਬੀਬੀ ਦੀ ਬਹੁਤ ਮਿਹਰਬਾਨੀ ਹੋਊਗੀ, ਮੇਰੇ ਭਾਰ ਪੈਂਦਾ। ਮੈਂ ਉਹਨਾਂ ਨੇ ਇਸ ਨਾ ਰੋਗ ਦਾ ਇਲਾਜ ਦੱਸਿਆ ਤੇ ਮੈਂ ਉਹਨਾਂ ਨੂੰ ਪੁੱਛ। ਠੀਕ ਹੈ ਸਰਜੀਤ ਜੀ, ਥੈਂਕ ਯੂ ਜੀ। ਜਤਿੰਦਰ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ। ਮੈਂ ਪੁੱਛਣਾ ਸੀ ਨਾ, ਰਾਈਟ ਸਾਈਡ ਦੇ ਨਲ ਦੇ ਵਿੱਚ ਨਾ ਪਾਣੀ ਪਿਆ, ਡਾਕਟਰ ਤੋਂ ਚੈੱਕ ਕਰਾਇਆ, ਕੁਝ ਦਰਦ ਹੁੰਦਾ, ਜੇ ਉਹ ਇਲਾਜ ਜਾਂ ਕੋਈ ਦਵਾਈ ਨਾਲ ਉਹ ਘਟ ਸਕਦਾ? ਠੀਕ ਹੈ, ਜੇ ਕੋਈ ਦੇਸੀ ਦਵਾਈ ਹੋਵੇ ਤਾਂ ਠੀਕ ਹੈ। ਤੇ ਡਾਕਟਰ ਨੇ ਦਵਾਈ ਦਿੱਤੀ ਤੁਹਾਨੂੰ? ਡਾਕਟਰ ਨੇ ਦਵਾਈ ਦਿੱਤੀ, ਉਹਨਾਂ ਦਰਦ ਬੰਦ ਹੋ ਜਾਂਦਾ, ਪਰ ਉਹ ਕਹਿੰਦੇ ਸੀ ਮਾਰਚ ਦੇ ਵਿੱਚ ਟਾਈਮ ਦਿੱਤੀ ਜੀ ਪਾਣੀ। ਠੀਕ ਹੈ। ਮੇਰੇ ਦਰਦ ਬਹੁਤ ਹੁੰਦਾ ਤੇ ਮੈਂ ਸੋਚਦਾ ਸੀ। ਹਾਂ ਕੋਈ ਨਹੀਂ, ਜੇ ਪੁੱਛਦੇ ਜੇ ਕਿਸੇ ਕੋਲ ਐਕਸਪੀਰੀਅੰਸ ਹੋਇਆ ਇਸ ਚੀਜ਼ ਦਾ ਤਾਂ ਜ਼ਰੂਰ ਦੱਸੂਗਾ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂ, ਕੀ ਬਿਮਾਰੀਆਂ ਦੇ ਇਲਾਜ ਹੁੰਦੇ ਵੀ ਹੋਣੇ ਆ ਲੋਕਾਂ ਕੋਲ, ਕਿ ਉਹ ਪਾਣੀ ਕਿਵੇਂ ਸੁਕਾਇਆ ਜਾਵੇ। ਗੁਰਦੇਵ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ, ਮੇਰੀ ਦੋਤੀ ਆ, ਉਹ 4 ਸਾਲ ਦੀ, ਉਹਦੇ ਦੰਦਾਂ 'ਚ ਖੋੜਾਂ ਪੈ ਗਈਆਂ। ਅੱਛਾ। ਤੇ ਡਾਕਟਰ ਕਹਿੰਦੇ ਇਹਦੀ ਫਿਲਿੰਗ ਕਰਾ ਦਿਓ। ਉਹ ਕਰਾ ਦੇਣੀ ਚਾਹੀਦੀ ਹੈ ਜਾਂ ਨਹੀਂ? ਉਹ ਵੈਸੇ 4 ਸਾਲ ਦੀ ਹੈ, ਦੰਦ ਹਜੇ ਉਹਦੇ ਟੁੱਟ ਕੇ ਆ ਜਾਣੇ, ਦੁਬਾਰਾ ਟੁੱਟ ਕੇ ਆਉਣੇ ਆ ਜੇ ਨਾ? ਹਾਂਜੀ ਠੀਕ ਆ, ਚਲੋ ਪੁੱਛਦੇ ਆਪਾਂ ਕਿਸੇ ਨੂੰ ਇਸ ਬਾਰੇ, ਬੱਚਿਆਂ ਦਾ ਐਕਸਪੀਰੀਅੰਸ ਹੋਵੇ। ਤੇ ਉਹ ਡਾਕਟਰ ਕਹਿੰਦੇ ਉਹਦੀਆਂ ਖੋੜਾਂ ਭਰਾ ਦਿਓ। ਤੇ ਉਹ ਭਰਾ ਦੇਣੀਆਂ ਚਾਹੀਦੀਆਂ ਕਿ ਨਹੀਂ? ਦਾੜਾਂ 'ਚ ਆ ਨਾ? ਨਾ ਦਾੜਾਂ 'ਚ। ਦਾੜਾਂ 'ਚ ਹੁੰਦੀ ਖੋੜ। ਠੀਕ ਆ। ਹਾਂਜੀ, ਪਰ ਹੁਣੇ ਹੋਣੀਆਂ ਨਹੀਂ ਚਾਹੀਦੀਆਂ ਸੀਆਂ। ਹਾਂਜੀ, ਪਤਾ ਨਹੀਂ ਕੀ ਗੱਲ ਹੋ ਗਈਆਂ। ਉਹ ਦੋਂਕ ਦੇ ਵਿੱਚ ਹੈ ਤੇ ਕੋਈ ਉਹਨੇ ਕਦੇ ਪੇਨ ਵੀ ਮਹਿਸੂਸ ਨਹੀਂ ਕੀਤਾ ਹੈ, ਤੇ ਡਾਕਟਰ ਕਹਿੰਦੇ ਇਹਦੀ ਫਿਲਿੰਗ ਕਰਾ ਦਿਓ। ਠੀਕ ਆ, ਚਲੋ ਆਪਾਂ ਪੁੱਛਦੇ ਹਾਂ ਬੱਚਿਆਂ ਵਾਲਿਆਂ। ਹਾਂਜੀ, ਕਿਸੇ ਨੂੰ ਕੋਈ ਨਿਆਣਿਆਂ ਦਾ ਇਹ ਤਜਰਬਾ ਹੋਵੇ ਜ਼ਰੂਰ। ਥੈਂਕ ਯੂ ਜੀ। ਥੈਂਕ ਯੂ। ਹਾਂ, ਬੱਚੇ ਦੇ ਐਡੀ ਛੇਤੀ ਨਹੀਂ ਹੋਣੀਆਂ ਚਾਹੀਦੀਆਂ ਵੈਸੇ, ਪਰ ਕੋਸ਼ਿਸ਼ ਕਰਿਆ ਕਰੋ ਕੈਂਡੀਆਂ ਮਿੱਠਾ ਉਹਨਾਂ ਤੋਂ ਥੋੜਾ ਜਿਹਾ ਪਰੇ ਰੱਖੀਏ। ਭਾਗ ਸਿੰਘ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਬਹੁਤ ਲੋਕਾਂ ਦਾ ਭਲਾ ਕਰਦੇ ਜੀ, ਬੜੀ ਲੰਬੀ ਉਮਰ ਹੋਵੇ ਤੁਹਾਡੀ। ਥੈਂਕ ਯੂ ਜੀ। ਤੇ ਭੈਣ ਜੀ, ਮੇਰੇ ਨਾ ਮੈਂ ਡਾਕਟਰ ਤੋਂ ਚੈੱਕ ਕਰਾਇਆ, ਮੇਰੇ ਜਿਹੜੇ ਫੇਫੜੇ ਆ ਨਾ ਉਹ ਨਾਲ ਰੇਸ਼ਾ ਬਣਦੀ ਆ। ਰੇਸ਼ਾ ਫੇਫੜਿਆਂ 'ਚ? ਹਾਂਜੀ ਤੇ ਉਹ ਦੇਂਦੇ ਆ ਖਿੱਚਣ ਵਾਲੀ ਦਵਾਈ ਜੀ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕੋਈ ਏਦਾਂ ਦਾ ਹੋਵੇ ਜਿਹਦੇ ਨਾਲ ਇਹਦਾ ਵਾਕਿਆ ਵਰਤਿਆ ਹੋਵੇ, ਉਹ ਕੋਈ ਮੈਨੂੰ ਦੱਸੇ ਦੇਸੀ ਦਵਾਈ ਇਸ ਤਰ੍ਹਾਂ ਦੀ। ਰੇਸ਼ਾ ਬਾਹਰ ਕੱਢਣੀ ਹੈ ਤੁਸੀਂ? ਹਾਂਜੀ, ਫੇਫੜੇ ਕਲੀਅਰ ਕਰਨੇ ਆ, ਫਿਰ ਮੈਨੂੰ ਸਾਹ ਦੀ ਵੀ ਤਕਲੀਫ ਹੁੰਦੀ ਆ। ਠੀਕ ਆ। ਹਾਂਜੀ, ਠੀਕ ਹੈ ਜੀ। ਬਸ ਆਹੀ ਕੁਐਸਚਨ ਹੈ ਜੀ। ਹੋਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਬਹੁਤ ਤੁਸੀਂ ਲੋਕਾਂ ਦਾ ਭਲਾ ਕਰਦੇ ਆ ਭੈਣ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ। ਰੇਸ਼ਾ ਇਹਨਾਂ ਦੀ ਕਿਵੇਂ ਤੁਰੇ ਤੇ ਬਾਹਰ ਨਿਕਲੇ, ਉਹਦੇ ਬਾਰੇ ਇਹਨਾਂ ਦਾ ਸਵਾਲ ਸੀ। ਦੋਂਕ ਦੇ ਹੋਰ ਵੀ ਇਹੀ ਸਵਾਲ ਸੀਗੇ, ਉਹਨੇ ਨਾਲ ਹੀ ਸਵਾਲ ਸੁਣ ਕੇ ਡਰੋਪ ਕੀਤਾ। ਅਤੇ ਉਹ ਤੁਸੀਂ ਜ਼ਰੂਰ ਦੱਸਿਓ ਜੀ, ਜੇ ਕਿਸੇ ਨੂੰ ਪਤਾ ਹੋਵੇ। ਸ਼ਾਇਦ ਕਈ ਵਾਰੀ ਤਾਂ ਕੋਈ ਜੁਆਇਨ ਵਾਲਾ ਵੀ ਦੱਸਦੇ ਹੁੰਦੇ, ਪਰ ਜੇ ਕਿਸੇ ਨੂੰ ਯਾਦ ਹੋਇਆ ਤਾਂ ਜ਼ਰੂਰ ਦੱਸਿਓ। 408 272 5200। ਪ੍ਰਵੀਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੀਦੀ, ਮੇਰਾ ਕੁਐਸਚਨ ਆ ਕਿ ਮੇਰੀ ਏਜ ਹੈਗੀ ਆ 30।
ਤੇ ਮੇਰੇ ਹਜੇ ਕੋਈ ਬੇਬੀ ਨਹੀਂ ਆ ਤੇ ਮੇਰੇ ਯੂਟਰਸ 'ਚ ਰਸੌਲੀ ਦੱਸੀ ਆ ਤੇ ਜਦੋਂ ਵੀ ਮੇਰੇ ਪੀਰੀਅਡ ਲਾਈਕ ਫਿਨਿਸ਼ ਹੋ ਜਾਂਦੇ ਆ ਤੇ ਮੇਰੇ ਪੇਨ ਇੰਨੀ ਜ਼ਿਆਦਾ ਹੁੰਦੀ ਆ ਕਿ ਮੈਨੂੰ ਬਾਥਰੂਮ ਕਰਨ ਲੱਗਿਆ ਵੀ ਬਹੁਤ ਤਕਲੀਫ ਹੁੰਦੀ ਆ। 24 ਆਵਰ ਪੇਨ ਹੁੰਦੀ ਰਹਿੰਦੀ ਆ। ਜਿੰਨੀ ਦੇਰ ਤੱਕ ਮੈਂ ਪੇਨ ਕਿਲਰ ਨਾ ਲਵਾਂ ਮੈਨੂੰ ਆਰਾਮ ਨਹੀਂ ਆਉਂਦਾ। ਲਾਸਟ ਟਿਊਜ਼ਡੇ ਮੈਨੂੰ 5 o'clock ਆਫ ਹੁੰਦਾ ਤੇ ਮੈਂ ਥੋੜਾ ਜਿਹਾ ਰੇਡੀਓ ਸੁਣਿਆ ਤੇ ਆਂਟੀ ਕਿਸੇ ਨੇ ਰਿਪੀਟ ਕੀਤਾ ਸੀ ਰਸੌਲੀ ਵਾਸਤੇ ਤੇ ਉਹ ਇੱਕ ਤਾਂ ਉਹਨਾਂ ਨੂੰ ਰਿਕੁਐਸਟ ਆ ਕਿ ਉਹ ਦੁਬਾਰਾ ਦੱਸ ਦੇਣ। ਮੈਂ 3-4 ਚੀਜ਼ਾਂ ਲਿਖੀਆਂ ਹੋਈਆਂ ਤੇ ਇੱਕ ਉਹਨਾਂ ਨੂੰ ਇਹ ਪੁੱਛਣਾ ਆ ਕਿ ਜਿਵੇਂ ਮੇਰੇ ਬੇਬੀ ਨਹੀਂ ਹੈਗਾ ਕੋਈ ਵੀ ਤੇ ਮੈਂ ਉਹ ਦਵਾਈ ਕਿਵੇਂ ਲੈ ਸਕਦੀ ਹਾਂ, ਕਦੋਂ ਲੈ ਸਕਦੀ ਹਾਂ ਔਰ ਉਹਦੀ ਕੁਆਂਟੀਟੀ ਕਿੰਨੀ ਲੈਣੀ ਆ। ਹਾਂਜੀ, ਉਹਨੇ ਮੈਨੂੰ ਲੱਗਦਾ ਗੁਰਦੀਪ ਕੌਰ ਹੁਣੀ ਦੱਸਿਆ ਸੀ ਉਹ ਅੱਜ ਨਹੀਂ ਆ ਰਿਹਾ ਪ੍ਰੋਗਰਾਮ ਦੇ ਵਿੱਚ, ਪਰ ਤੁਸੀਂ ਫੋਨ ਤੇ ਉਹਨਾਂ ਦਾ ਰਿਪੀਟ ਇੱਕ ਵਾਰ ਜ਼ਰੂਰ ਸੁਣ ਲਿਆ ਫੋਨ ਤੇ। ਠੀਕ ਹੈ। ਮੈਨੂੰ ਨਾ ਪ੍ਰੋਬਲਮ ਬਹੁਤ ਜ਼ਿਆਦਾ, ਤਕਲੀਫ ਬਹੁਤ ਜ਼ਿਆਦਾ ਹੁੰਦੀ ਹੈ ਲੈਫਟ ਸਾਈਡ ਤੇ। ਠੀਕ ਆ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਪ੍ਰਵੀਨ ਜੀ। ਹਾਂਜੀ, ਕਈ ਵਾਰੀ ਆਪਾਂ ਤੋਂ ਨਹੀਂ ਲਿਖਿਆ ਜਾਂਦਾ, ਕਈ ਵਾਰੀ ਹੁਣ ਤੁਸੀਂ ਕਈ ਦੱਸਦੇ ਆ ਇਲਾਜ ਉਹ ਛੇਤੀ ਨਹੀਂ ਸੁਣ ਕੇ ਨਹੀਂ ਲਿਖੇ ਜਾਂਦੇ, ਰਹਿ ਜਾਂਦੇ ਆ। ਫਿਰ ਆਪਾਂ ਐਤਵਾਰ ਨੂੰ ਰਿਪੀਟ ਲਾਉਂਦੇ ਆ ਅਤੇ ਉਸ ਤੋਂ ਬੈਸਟ ਇਹੀ ਆ ਕਿ ਸਾਰਿਆਂ ਦੇ ਕੋਲ ਤਾਂ ਸ਼ਾਇਦ ਨਾ ਵੀ ਹੋਣਗੇ ਸਮਾਰਟਫੋਨ, ਸਪੈਸ਼ਲੀ ਜਿਹੜੇ ਜਿਨ੍ਹਾਂ ਨੂੰ ਨਹੀਂ ਲੈ ਕੇ ਦਿੱਤੇ, ਮੰਮੀ ਡੈਡੀ ਨੂੰ, ਦਾਦੇ ਦਾਦੀ ਨੂੰ ਨਹੀਂ ਲੈ ਕੇ ਦਿੱਤੇ ਕਿਸੇ ਨੇ, ਉਹਨਾਂ ਕੋਲ ਨਹੀਂ ਹੋਣੇ। ਉਹਨਾਂ ਨੂੰ ਤੁਸੀਂ ਐਡ ਕਰ ਸਕਦੇ ਆ, ਉਹਨਾਂ ਨੂੰ ਤੁਸੀਂ ਸਿਖਾ ਸਕਦੇ ਆ, ਫੋਨ ਲੈ ਕੇ ਦੇ ਸਕਦੇ ਆ। ਪਰ ਆਪਾਂ ਇੱਕ ਬਾਹਾਂ ਵਾਲੇ ਫੋਨ ਚੱਕੀ ਫਿਰਦੇ ਆ, ਉਹ ਤਾਂ ਸਿਰਫ ਹੈਲੋ ਹੁਲੋ ਕਹਿਣ ਨੂੰ ਆ, ਇੱਕ ਦੂਜੇ ਦੇ ਨਾਲ ਗੱਲਾਂ ਕਰ ਲਈਆਂ। ਪਰ ਜੇ ਸਮਾਰਟਫੋਨ ਆ ਜਿਨ੍ਹਾਂ ਦੇ ਕੋਲ ਹੈਗਾ, ਘਰ ਦੇ ਵਿੱਚ ਇੱਕ ਹੀ ਚਾਹੀਦਾ ਹੈ, ਅਤੇ ਤੁਸੀਂ ਤੁਹਾਡੇ ਘਰ ਦੇ ਵਿੱਚ ਜੇ ਕਿਸੇ ਨੂੰ ਇਹ ਦੁਬਾਰਾ ਸੁਣਨ ਲਈ ਚਾਹੀਦੀਆਂ ਅਤੇ ਉੱਥੇ ਪੋਡਕਾਸਟ ਦੇ ਉੱਤੇ ਇਹ ਪ੍ਰੋਗਰਾਮ ਪਏ ਹੁੰਦੇ ਆ। ਤੁਸੀਂ ਥੋੜ੍ਹਾ ਜਿਹਾ ਉਹਨਾਂ ਨੂੰ ਔਖੇ ਹੋ ਕੇ ਸਿਖਾ ਦਿਓ ਕਿ ਇਹਨੂੰ ਹੌਲੀ ਕਰਕੇ ਕਿਵੇਂ ਸੁਣਨਾ ਆ, ਇਹਨੂੰ ਅੱਗੇ ਪਿੱਛੇ ਕਰਕੇ ਕਿਵੇਂ ਸੁਣਨਾ ਆ, ਤਾਂ ਕਿ ਉਹ ਦੂਜੀਆਂ ਬਿਮਾਰੀਆਂ ਤੋਂ ਬਚ ਸਕਣ। ਸਪੈਸ਼ਲੀ ਆਪਾਂ ਜਿਹੜੇ ਘਰ ਦੇ ਵਿੱਚ ਸਿਆਣੇ ਹੁੰਦੇ ਆ ਨਾ, ਉਹਨਾਂ ਨੂੰ ਇਹ ਚੀਜ਼ਾਂ ਵਰਤਣ ਦੀ ਬਹੁਤ ਜ਼ਰੂਰਤ ਹੈਗੀ ਆ, ਤਾਂ ਕਿ ਉਹਨਾਂ ਦੀ ਸਿਹਤ ਨਾ ਖਰਾਬ ਹੋਵੇ ਅਤੇ ਸਾਨੂੰ ਬਹੁਤਾ ਸਾਂਭਣਾ ਨਾ ਪਵੇ ਉਹਨਾਂ ਨੂੰ। ਇਹ ਇੱਕ ਪੰਥ ਦੋ ਕਾਜ ਆ ਜੀ, ਉਹ ਕਰ ਸਕਦੇ ਆ। ਅਤੇ ਇੱਕ ਪੇਨ ਜਿਹੜੀ ਹੁੰਦੀ ਆ, ਕਈਆਂ ਦੇ ਹੈਡੇਕ ਹੁੰਦੀ ਆ, ਮਾਈਗ੍ਰੇਨ ਹੁੰਦੀ ਆ, ਜਿਨ੍ਹਾਂ ਦੇ ਜਿਹੜੀ ਇੰਨੀ ਪੇਨ ਹੋ ਜਾਂਦੀ ਆ ਕਿ ਉਹ ਵੀਕਨੈਸ ਕਰ ਜਾਂਦੀ ਆ, ਬੰਦੇ ਨੂੰ ਪੈਰਾਲਾਈਜ਼ ਕਰਨ ਦਾ ਤੱਕ ਚਲੇ ਜਾਂਦੀ ਆ, ਅਤੇ ਉਹਦੇ ਨਾਲ ਨਮਨੈਸ ਵੀ ਹੋ ਜਾਂਦੀ ਆ। ਕਈਆਂ ਦੀ ਵਨ ਸਾਈਡ ਨਮਨੈਸ ਹੋ ਜਾਂਦੀ ਆ, ਅਤੇ ਕਈਆਂ ਦਾ ਫਿਰ ਉਸ ਚੀਜ਼ ਦੇ ਨਾਲ BP ਵੀ ਵੱਧਦਾ। ਜੇ ਕਿਸੇ ਨੂੰ ਪਤਾ ਹੋਵੇ ਇਹਨਾਂ ਇਲਾਜਾਂ ਦਾ ਤਾਂ ਜ਼ਰੂਰ ਦੱਸਿਓ ਜੀ। ਜਸਪ੍ਰੀਤ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਪੁੱਛਣਾ ਸੀਗਾ, ਮੇਰੇ ਨਾ ਲੋਅਰ ਬੈਕ ਦੇ ਵਿੱਚ ਕਾਫੀ ਜ਼ਿਆਦਾ ਦਰਦ ਰਹਿੰਦੀ ਆ ਤੇ ਕੈਰੋਪ੍ਰੈਕਟਰ ਵਗੈਰਾ ਦੇ ਐਕਸਰੇ ਕਰਾਏ ਆ ਤੇ ਕਹਿੰਦੇ ਆ ਕਿ ਐਸਥੈਟਿਕ ਨਰਵ ਜਿਹੜੀ ਆ ਉਹ ਪਿੰਚ ਆ ਤੇ ਰਾਈਟ ਲੈਗ ਵਿੱਚ ਵੀ ਹੁੰਦੀ ਆ। ਜਦੋਂ ਗੱਡੀ ਚਲਾਉਣੀ ਆ ਉਦੋਂ ਲਾਈਕ ਪੂਰੀ ਲੱਤ ਵਿੱਚ ਜਾਂਦੀ ਆ। ਕਾਫੀ 2-3 ਸਾਲ ਹੋ ਗਏ ਆ, ਕੈਰੋਪ੍ਰੈਕਟਰ ਵਗੈਰਾ ਦੇ ਜਾਂਦੀ ਆ ਪਰ ਕੋਈ ਫਰਕ ਨਹੀਂ ਪੈਂਦਾ ਹੈਗਾ। ਤੁਸੀਂ ਲਾਸਟ ਵੀਕ ਦਾ ਪ੍ਰੋਗਰਾਮ ਸੁਣਿਆ? ਨਹੀਂ ਜੀ। ਹਾਂ ਸੁਣਿਓ, ਮੈਨੂੰ ਲੱਗਦਾ ਕਿ ਸ਼ਾਇਦ ਕਿਸੇ ਨੇ ਲਾਸਟ ਵੀਕ ਦੱਸਿਆ। ਬਹੁਤ ਜ਼ਿਆਦਾ ਮੈਨੂੰ ਤਕਲੀਫ ਹੁੰਦੀ, ਨਾ ਤਾਂ ਮੇਰੇ ਤੋਂ ਬੈਠਿਆ ਜਾਂਦਾ, ਉਹ ਲਾਈਕ ਟਾਈਟ ਹੋ ਜਾਂਦਾ। ਹਾਂਜੀ, ਉਹ ਕਰਨਾ ਪੈਣਾ ਤੁਹਾਨੂੰ। ਲੋਅਰ ਬੈਕ ਪੇਨ ਹੈ ਨਾ ਜਿਹੜੀ, ਉਹਦੀਆਂ ਐਕਸਰਸਾਈਜ਼ ਹੈਗੀਆਂ ਅਤੇ ਕਈ ਤਾਂ ਸ਼ਰਤੀਆ ਇਲਾਜ ਦੱਸਦੇ ਆ। ਵੈਸੇ ਤੁਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰਕੇ ਜਦੋਂ ਲੰਮੇ ਪਏ ਹੁੰਦੇ ਆ, ਡਰਾਈਵ ਕਰਦੇ ਆ ਨਾ, ਫੋਨ ਤੁਹਾਡੇ ਕੋਲ ਸਮਾਰਟਫੋਨ ਹੋਣਾ ਆ, ਉਸ ਦੀਆਂ ਪੋਡਕਾਸਟ ਵਿੱਚ ਜਾ ਕੇ ਸਿਹਤ ਸੰਭਾਲ ਦੇ ਅੰਡਰ ਦੇਖਿਓ ਪ੍ਰੋਗਰਾਮ ਪਏ ਆ। ਕਾਹਦੇ ਵਿੱਚ ਕਹਿੰਦੇ ਹੋ? ਪੋਡਕਾਸਟ ਜਦੋਂ ਤੁਸੀਂ ਐਪ ਡਾਊਨਲੋਡ ਕਰਨੀ ਪੈਣੀ ਤੁਹਾਨੂੰ, ਪੰਜਾਬੀ ਰੇਡੀਓ USA ਦੀ, ਅਤੇ ਉੱਥੇ ਆਡੀਓਜ਼ ਦੇ ਵਿੱਚ ਜਾ ਕੇ ਨਾ ਪੋਡਕਾਸਟ 'ਤੇ ਪਏ ਆ। ਠੀਕ ਆ ਜੀ। ਠੀਕ ਆ, ਉਹਦੇ ਵਿੱਚ ਵੀ ਸੁਣ ਲਿਆ। ਅਤੇ ਆਪਾਂ ਹੋਰ ਵੀ ਸੌਰੀ ਤੁਹਾਡਾ ਫੋਨ ਕੱਟਿਆ ਗਿਆ, ਹੋਰ ਵੀ ਕਿਸੇ ਨੂੰ ਪਤਾ ਹੋਵੇ ਵੀ ਲੋਅਰ ਬੈਕ ਪੇਨ ਆ ਜਿਹੜੀ ਬੈਕ ਤੋਂ ਥੱਲੇ ਜਿਹੜੀ ਹੁੰਦੀ ਆ, ਉੱਥੇ ਕੀ ਕਰ ਸਕਦੇ ਆ। ਉਹ ਤੁਹਾਡੀਆਂ ਨਾੜੀਆਂ ਪਿੰਚ ਹੋਈਆਂ ਹੁੰਦੀਆਂ, ਇੱਧਰ ਉੱਧਰ ਹੁੰਦੀਆਂ, ਜਿਨ੍ਹਾਂ ਦੀ ਕਈ ਵਾਰ ਕਹਿ ਦੋ ਨਾ ਲੱਤ ਵੀ ਦੁਖਦੀ ਆ, ਕੁਛ ਨਾ ਕੁਛ ਉੱਥੇ ਕੀ ਹੋਇਆ ਹੁੰਦਾ, ਉਹਦੀ ਅਲਾਈਨਮੈਂਟ ਖਰਾਬ ਹੁੰਦੀ ਆ, ਉਹਨੂੰ ਕਿਸ ਤਰ੍ਹਾਂ ਫਿਕਸ ਕਰਨਾ, ਉਹਦੇ ਬਾਰੇ ਜ਼ਰੂਰ ਦੱਸਿਓ। ਮਨਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਵਧੀਆ ਚੱਲਦਾ, ਸੁਣਦੇ ਰਹੀਦਾ, ਨਹੀਂ ਸੁਣ ਲਈਦਾ ਆ ਜੀ। ਤੇ ਭੈਣ ਜੀ ਆਪਣੇ ਕਿਡਨੀਆਂ ਬਾਰੇ ਮੈਂ ਛਾਤੀਆਂ ਲਾਦੀ, ਸਾਡੇ ਮੁੰਡਾ ਫਰੈਂਡ ਚ ਜਿੱਦਾਂ ਡੈਲਸ ਦੇ ਬਲੱਡ ਚੜਦਾ ਹੁੰਦਾ ਹੈਗਾ। ਹਾਂਜੀ। ਉਹ ਦੇਖ ਲਓ, ਉਹਨੇ ਦਵਾਈ ਪੀ ਆ ਤੇ ਉਹ ਡਾਕਟਰ ਦੇ ਚੱਕਰ ਆ ਗਏ, ਫਰਵਰੀ 'ਚ ਉਹਦੇ ਡੈਡੀ ਨੇ ਐਡ ਕਰਨੀ ਸੀ। ਹਾਂਜੀ। ਕੁੜੀ ਐਨ ਠੀਕ ਲੋ, ਡਾਇਲਸਿਸ ਹੁੰਦਾ ਸੀ ਉਹਦਾ ਨਾ। ਹਾਂਜੀ ਹਾਂਜੀ, ਉਹਦਾ ਇਲਾਜ ਦੱਸੋ। 21 ਤਰੀਕ ਦੱਸਿਆ ਨਾ, 21 ਸਾਲ ਦਾ ਮੁੰਡੇ ਦਾ, ਉਹਨਾਂ ਨੂੰ ਫੋਨ ਕਰਕੇ ਉਹਨਾਂ YouTube ਪਾਇਆ, ਉਹਨਾਂ ਨੂੰ ਦੱਸਤਾ ਆ। ਹਾਂਜੀ। ਤੇ ਬਹੁਤ ਵਿਚਾਰੇ YouTube ਸੁਣਿਆ ਹੈਗਾ। ਤੇ ਆਪਣੇ ਭਾਜੀ ਆਪਣੇ ਦਾ ਆਪਾਂ 1 ਲੀਟਰ ਰਸ ਲੈ ਲੈਣਾ, ਉਹਦੇ ਬੀ ਕੱਟ ਕੇ ਬੀ ਬਾਹਰ ਕੱਢ ਦੇਣੇ। ਅੱਛਾ, ਜਿਹੜਾ ਨਿੰਬੂ ਪੀਲੇ? ਹਾਂਜੀ, ਪੀਲੇ ਹੁਣ ਉਹ ਵਧੀਆ, ਨਹੀਂ ਤਾਂ ਹਰੇ ਵੀ ਚੱਲ ਜਾਣਗੇ। ਹਾਂਜੀ, ਉਹਨਾਂ ਦਾ ਰਸ ਲੈਣਾ। ਹਾਂਜੀ, ਰਸ ਉਹਦਾ ਕੱਢ ਲੈਣਾ, ਬੀ ਕੱਟ ਕੋਨੇ ਆਪਾਂ ਬੀ ਕੱਢ ਲੈਣੇ ਬਾਹਰ। ਹਾਂਜੀ। 1 ਲੀਟਰ ਉਹਦਾ ਜੂਸ ਆਪਾਂ ਲੈ ਲੈਣਾ। ਠੀਕ ਆ। 1 ਲੀਟਰ ਜੂਸ ਲੈ ਕੇ ਇੱਕ ਆਪਾਂ ਜਿਹੜਾ ਕੱਚ ਦਾ ਭਾਂਡਾ ਲੈਣਾ, ਜਿਹਦੇ ਉੱਪਰ ਢੱਕਣ ਬੰਦ ਹੁੰਦਾ ਹੋਵੇ, ਜਾਂ ਥੋੜਾ ਜਿਹਾ ਵੱਡਾ ਹੋਵੇ ਲੀਟਰ, ਜਿਹੜਾ ਵਿੱਚ ਜੂਸ ਪਾ ਕੇ ਥੋੜਾ ਜਿਹਾ 1.5 ਲੀਟਰ ਦਾ ਲੈ ਲਓ। ਹਾਂਜੀ।
ਉਹਦੇ ਵਿੱਚ ਆਪਾਂ ਫਿਰ ਕੌਡੀਆਂ ਲੈ ਲੈਣੀਆਂ ਪੀਲੇ ਰੰਗ ਦੀਆਂ 8। ਅੱਛਾ, ਪੀਲੇ ਰੰਗ ਦੀਆਂ, ਠੀਕ ਹੈ ਜੀ। ਜਿਹੜੀਆਂ ਕੌਡੀਆਂ ਹੁੰਦੀਆਂ 8 ਲੈ ਲੈਣੀਆਂ ਤੇ ਉਹਨੂੰ ਆਪਾਂ ਉਹਦੇ ਵਿੱਚ ਧੋ ਲੈਣੀਆਂ ਪਹਿਲਾਂ, ਫਿਰ ਸੁਕਾ ਕੇ ਉਹਦੇ ਪਾ ਦੇਣੀਆਂ ਕੌਡੀਆਂ। ਠੀਕ ਹੈ ਜੀ। ਢੱਕਣ ਬੰਦ ਕਰ ਦੇਣਾ, ਕੋਈ ਕਿਤੇ ਏਦਾਂ ਨਹੀਂ ਕਿਤੇ ਰੱਖਣਾ, ਜਿੱਥੇ ਮਰਜ਼ੀ ਰੱਖ ਲਓ। ਹਾਂਜੀ। ਉਹ ਆਪਣੇ ਤੁਸੀਂ ਜਦੋਂ ਕੌਡੀਆਂ ਵਿੱਚ ਪਾ ਲੈਣੀਆਂ, ਰੋਜ਼ ਸਵੇਰ ਨੂੰ ਇੱਕ ਢੱਕਣ ਖੋਲ ਨੂੰ ਹਿਲਾਉਣਾ ਆ। ਇਹ ਧੁੱਪ 'ਚ ਰੱਖਣਾ ਨਾ ਉਹਦਾ? ਜਿੱਥੇ ਮਰਜ਼ੀ ਰੱਖ ਲਓ। ਠੀਕ ਹੈ। ਹਾਂਜੀ ਹਾਂਜੀ, ਉਹ ਨੁਕਸਾਨ ਪਤਾ ਨਹੀਂ, ਉਹਨੂੰ ਆਪਾਂ ਸਵੇਰੇ ਹਿਲਾਉਣਾ ਇੱਕ ਵਾਰੀ ਰੋਜ਼। ਠੀਕ ਆ। ਉਹ ਕਈ ਕੌਡੀਆਂ ਤੇ ਦੂਜੇ ਤੀਜੇ ਮਿਲਟ ਹੋਈਆਂ, 7-8 ਦਿਨ ਲੱਗ ਜਾਂਦੇ ਮਿਲਟ ਹੋਣ। ਠੀਕ ਹੈ ਜੀ। ਕੌਡੀਆਂ ਜਦੋਂ ਮਿਲਟ ਹੋ ਗਈਆਂ ਤੇ ਸਵੇਰੇ ਹਿਲਾ ਕੇ ਨਿਰਨੇ ਕਾਲਜ ਇੱਕ ਚਮਚਾ ਪੀਣਾ। ਅੱਛਾ ਜੀ। ਹਿਲਾ ਕੇ ਉਹਨੂੰ ਥੱਲੇ ਉਹਦੀ ਰੱਬ ਜੀ ਥੱਲੇ ਆ ਨਾ ਬਹਿ ਜਾਣੀ ਆ। ਹਾਂਜੀ ਹਾਂਜੀ। ਉਹਨੂੰ ਆਪਾਂ ਹਿਲਾਉਣਾ ਆ। ਠੀਕ ਹੈ ਜੀ। ਹਿਲਾ ਕੇ ਉਹਦਾ ਆਪਾਂ ਇੱਕ ਚਮਚਾ ਨਿਰਨੇ ਕਾਲਜ ਪੀਣਾ, ਡੇਢ ਕੁਛ ਨਹੀਂ। ਠੀਕ ਹੈ ਜੀ। ਤੁਹਾਡਾ ਤੁਸੀਂ 1 ਲੀਟਰ ਹੀ ਡਾਕਟਰ ਦੇ ਜਾਓ, ਡਾਕਟਰ ਤੇ ਦੱਸ ਦੋ ਕੀਤਾ ਕੀ। ਅੱਛਾ, ਜਿਨ੍ਹਾਂ ਦੀਆਂ ਠੀਕ ਵੀ ਆ ਉਹ ਵੀ ਪੀ ਸਕਦੇ ਆ ਨਾ? ਉਹ ਵੀ ਜਿਹਦੇ ਪੱਥਰੀ ਹੋਵੇ, ਪੱਥਰੀ ਵਾਲਾ ਵੀ ਪੀ ਸਕਦਾ ਆ ਤੇ ਨਿਕਲ ਜਾਂਦਾ। ਠੀਕ ਹੈ ਜੀ। ਬ੍ਰੇਨ ਨੂੰ ਬਣ ਜਾਂਦੀ, ਜਿੱਦਾਂ ਕਹਿੰਦੇ ਏਦਾਂ ਕਹੇ ਆਪਣੇ ਲੈਂਦੇ ਪੰਜਾਬ ਤੋਂ ਜੀ ਪਾਇਆ ਇੱਕ। ਹਾਂਜੀ ਹਾਂਜੀ। ਹਾਂ, ਤੇ ਉਹ ਪਾਇਆ ਸੀਗਾ ਤੇ ਮੁੰਡਾ ਹੈਗਾ ਜਿੱਦਾਂ ਫਾਰਮਰੀ ਰੇਟ ਕਰਨੀ, ਚੈੱਕ ਕਰਾ ਕੇ ਇੱਕ ਬਹੁਤ ਜ਼ਿਆਦਾ ਠੀਕ ਹੋ ਗਿਆ। ਠੀਕ ਹੈ ਜੀ। ਹਾਂਜੀ, ਤੇ ਜਿੱਦਾਂ ਜ਼ਰੂਰ ਕਰਨੇ ਸ਼ਰਤੀ ਇਲਾਜ ਆ। ਜਿੱਦਾਂ ਵੀ ਉਹ ਜਿਹੜਾ ਮੁੰਡਾ ਉਹ ਬੈਂਕ ਤੋਂ ਲੈਂਦੇ ਪੰਜਾਬ ਤੋਂ ਪਾਇਆ ਸੀ, ਉਹਦੀ ਭਰਜਾਈ ਸੀਗੀ ਭੈਣ ਜੀ 22 ਸਾਲ ਪਹਿਲਾਂ। ਹਾਂਜੀ। ਉਹ ਕਹਿੰਦਾ ਹੈਗਾ ਫਿਨਿਸ਼ ਕੋਰਸ ਨਹੀਂ ਛੱਡਿਆ, ਕੋਈ ਜਾਂਦੀ ਜਿਹੜੀ ਜਨਾਨੀ ਸਿਆਣੀ ਸੀਗੀ ਆਹ ਕਰਕੇ ਜੀ ਜੀ 22 ਸਾਲ ਹੋ ਗਏ ਭਰਜਾਈ ਉਹ ਦੇ ਲਓ। ਤੇ ਵਧੀਆ ਇਹ ਨੁਕਤਾ ਆ, ਜਿੱਦਾਂ ਕੋਈ ਦਾ ਨੁਕਸਾਨ। ਇਹ ਤਾਂ ਬਹੁਤ ਦੇਖੋ ਮਨਜੀਤ ਜੀ, ਜਿੰਨੇ ਵੀ ਇੱਥੇ ਨਾ ਬਿਜ਼ਨਸ ਬਣਿਆ ਆ ਡਾਇਲਸਿਸ ਦਾ। ਹਾਂਜੀ ਹਾਂਜੀ। ਤੇ ਲੋਕ ਸਾਡੇ ਯਕੀਨ ਉਹਨਾਂ ਤੇ ਹੀ ਕਰਦੇ ਆ, ਆਪਣਾ ਇਲਾਜ ਤੇ ਕੋਈ ਕਰਦਾ ਹੀ ਨਹੀਂਗਾ। ਹਾਂਜੀ, ਵੈਨਕੂਵਰ ਤੋਂ ਮੈਂ ਆਪਣੇ ਸੈਚਰਡੇ ਬ੍ਰੈਂਪਟਨ ਤੋਂ ਉਹਦਾ ਨੰਬਰ ਮੇਰਾ ਨਵਾਂ ਅੱਗੇ ਮੈਂ ਕਾਲ ਕਰਦਾ ਹੁੰਦਾ। ਜੀ ਜੀ। ਤੇ ਉਹ ਆਪਣੇ ਬ੍ਰੈਂਪਟਨ ਤੋਂ ਸਾਡੀ ਸੀ, ਉਹ ਦੱਸਿਆ ਉਹਨੇ ਕਹਿੰਦੇ ਉੱਥੇ ਦਾ ਵੈਨਕੂਵਰ ਮੁੰਡਾ 21 ਸਾਲ ਦਾ ਪਾਇਆ ਉਹਨੇ। ਜੀ ਜੀ। ਤੇ ਮੈਂ ਤਾਂ ਉਸ ਲਈ ਫੋਨ ਕਰਕੇ। ਚਲੋ ਵੈਸੇ ਤਾਂ ਨੁਕਸਾਨ ਕੋਈ ਨਹੀਂਗਾ। ਨੁਕਸਾਨ ਕੋਈ ਨਹੀਂ ਭੈਣ ਜੀ, ਨੁਕਸਾਨ ਕੋਈ ਨਹੀਂ, ਬਹੁਤ ਵਧੀਆ ਚੀਜ਼ ਆ। ਐ ਠੀਕ ਹੋਈ ਜਦੋਂ ਦੋਹਾਂ ਕਿਤੇ ਪੁੱਛਿਆ ਸੀ ਮੇਰੇ ਹਿਸਾਬ ਨਾਲ। ਜੀ ਜੀ। ਪ੍ਰੋਗਰਾਮ ਤੁਹਾਡੇ ਹੈ ਹੋਰ ਵੀ ਬਹੁਤਿਆਂ ਨੂੰ ਆ ਪੁੱਛਦੇ ਨਹੀਂ ਜਿਹੜੇ ਬਹੁਤਿਆਂ ਨੂੰ। ਹਾਂਜੀ ਹਾਂਜੀ ਹਾਂਜੀ। ਵਾਵਾ ਉਹਨੇ ਲੰਮੀ ਪਾਈ ਕਿ ਭਲਾ ਹੋ ਜੂਗਾ। ਠੀਕ ਹੈ ਜੀ। ਇਲਾਜ ਵੀ ਸੌਖਾ। ਇੱਕ ਮੇਰੇ ਨਾਲ ਦਾ ਡਰਾਈਵਰ ਹੈ ਘਰਾੜੇ, ਭੈਣ ਜੀ ਬਹੁਤ ਮਾਰਦਾ ਘਰਾੜਿਆਂ ਦਾ। ਹਾਂ, ਜ਼ਰੂਰ ਪੁੱਛਦੇ ਆਪਾਂ ਘਰਾੜਿਆਂ ਦਾ। ਕਹਿੰਦੇ ਵੀ ਘਰਾੜੇ ਯਾਰ, ਘਰਾੜੇ ਬਹੁਤ ਮਾਰਦਾ। ਠੀਕ ਆ। ਓਕੇ ਭੈਣ ਜੀ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ। ਅੱਗੇ ਸਾਡੇ ਨਾਲ ਜੋਬਨਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਮੇਰੇ ਪਾਪਾ ਰੈਸਟੋਰੈਂਟ ਤੇ ਕੰਮ ਕਰਦੇ, ਸਾਰੇ ਦਿਹਾੜੀ ਖੜੇ ਰਹਿੰਦੇ, ਤੇ ਇਸ ਕਰਕੇ ਉਹਨਾਂ ਦੀ ਜਿੱਦਾਂ ਮਤਲਬ ਅੱਡੀ ਵਿੱਚ ਬਹੁਤ ਪੇਨ ਰਹਿੰਦੀ ਹੈ। ਤਾਂ ਆਪਾਂ ਡਾਕਟਰ ਨੂੰ ਦਿਖਾਇਆ, ਉਹ ਕਹਿੰਦੇ ਕਿ ਅੱਡੀ ਵਧੀ ਆ। ਤਾਂ ਆਪਾਂ ਮਤਲਬ ਕੀ ਹੱਡੀ ਵਧੀਆ, ਤਾਂ ਆਪਾਂ ਕੀ ਕਰ ਸਕਦੇ ਹਾਂ? ਜਿੱਦਾਂ ਮਤਲਬ ਕੋਈ ਹੋਮ ਰੈਮੇਡੀ। ਤੁਸੀਂ ਯਕੀਨ ਕਰਦੇ ਹੱਡੀ ਵਧੀਆ? ਪਤਾ ਨਹੀਂ, ਡਾਕਟਰ ਏਦਾਂ ਕਹਿੰਦੇ ਸੀ। ਨਾ, ਮੈਂ ਵੈਸੇ ਤਾਂ ਪਾਪਾ ਨੂੰ ਪੁੱਛੀ ਹੱਡੀ ਕਿੱਦਾਂ ਵੱਧ ਗਈ। ਪਤਾ ਨਹੀਂ ਹੁਣ, ਉਹ ਤਾਂ ਮੈਨੂੰ। ਠੀਕ ਆ, ਚਲੋ ਠੀਕ ਆ, ਆਪਾਂ ਪੁੱਛਦੇ ਹਾਂ ਇਲਾਜ ਕਿਸੇ ਨੂੰ। ਹਾਂਜੀ, ਓਕੇ, ਠੀਕ ਹੈ। ਠੀਕ ਹੈ, ਥੈਂਕ ਯੂ ਜੀ। ਹਾਂਜੀ, ਤੁਹਾਡੀ ਹੱਡੀ ਵਧੀ ਆ, ਤੁਹਾਡੇ ਟੀਕੇ ਲੱਗਣੇ ਆ, ਇਹ ਚੀਜ਼ਾਂ ਬਹੁਤ ਸੁਣੋਗੇ ਤੁਸੀਂ। ਤੇ ਜੇ ਨਾ ਟੀਕਾ ਲਵਾਇਆ ਤੇ ਕਿਹੜੇ ਜਿਹੜੇ ਆਫਿਸ ਆ ਵਿਚਾਰੇ, ਉਹ ਕਿੱਥੋਂ ਪੇ ਕਰਨਗੇ? ਇਹਨਾਂ ਦੇ ਐਕਸਰਸਾਈਜ਼ ਦੱਸੀਆਂ ਜਾਂਦੀਆਂ ਜਿਨ੍ਹਾਂ ਦੇ ਪੈਰ ਦੁਖਦੇ ਆ, ਜਿਨ੍ਹਾਂ ਦੀਆਂ ਅੱਡੀਆਂ ਦੁਖਦੀਆਂ, ਹੱਡੀਆਂ ਦੁਖਦੀਆਂ ਆ। ਕਈ ਵਾਰੀ ਦੱਸਿਆ ਗਿਆ ਕਿ ਜਿਹੜੀ ਪਾਣੀ ਦੀਆਂ ਬੋਤਲਾਂ ਉਹਨਾਂ ਨੂੰ ਫਰੀਜ਼ ਕਰ ਲਓ, ਉਹਨਾਂ ਨੂੰ ਘੁਮਾਇਆ ਕਰੋ ਪੈਰਾਂ ਦੇ ਥੱਲੇ, ਕਦੀ ਠੰਡੀ ਕਰ ਲਈ, ਕਦੀ ਗਰਮ ਵੀ ਕਰ ਲਈ ਆ। ਐਕਸਰਸਾਈਜ਼ ਆ ਜੀ ਇਹ, ਆਪਣੇ ਇਹ ਜ਼ਰੂਰ ਕਰਿਆ ਕਰੋ। ਕਈਆਂ ਦੀ ਫੀਡਬੈਕ ਆਈ ਹੈ ਇਹਦੇ 'ਤੇ। ਕਈ ਵਾਰ ਤੇਲ ਦੀਆਂ ਮਾਲਸ਼ਾਂ ਵੀ ਦੱਸੀਆਂ ਜਾਂਦੀਆਂ ਕਿ ਤੇਲ ਦੀਆਂ ਮਾਲਸ਼ਾਂ ਵੀ ਕਰਿਆ ਕਰੋ। ਬਹੁਤਿਆਂ ਦੀਆਂ ਫੀਡਬੈਕ ਆਉਂਦੀਆਂ ਇਸ ਚੀਜ਼ ਤੋਂ। ਗੁਰਦੀਪ ਕੌਰ ਜੀ। ਗੁਰਦੀਪ ਕੌਰ ਜੀ। ਹਾਂਜੀ, ਆਪਣਾ ਰੇਡੀਓ ਹੌਲੀ ਕਰੋ ਜੀ। ਜਸਦੀਪ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਤੁਸੀਂ ਇੱਥੇ ਪ੍ਰੋਗਰਾਮ 'ਚ ਦੱਸਿਆ ਸੀਗਾ ਬੱਚੇ ਦਾ ਕੱਦ ਵਧਣ ਲਈ ਬਾਂਸ ਦੱਸਿਆ ਸੀ ਕਿਸੇ ਨੇ ਜੀ, ਉਹ ਕਿੱਦਾਂ ਵੀ ਖਾਣਾ ਆ? ਬਾਂਸ ਖਾਣਾ ਦੱਸਿਆ ਸੀ? ਹਾਂਜੀ। ਜਿਹੜਾ ਕਰੜਾ ਜਿਹਾ ਹੁੰਦਾ ਜਾਂ ਉਹ ਨਰਮ ਆ? ਏਦਾਂ ਨਹੀਂ ਜੀ, ਕਿਹੜਾ ਦੱਸਿਆ? ਬਾਂਸ ਹੈਗਾ ਆ, ਪਾਊਡਰ ਬਣਾ ਕੇ ਕਹਿੰਦੇ ਦੱਸਿਆ ਸੀ ਜੀ। ਅੱਛਾ, ਕੋਈ ਨਹੀਂ, ਆਪਾਂ ਫਿਰ ਦੁਬਾਰਾ ਪੁੱਛ ਲੈਂਦੇ ਹਾਂ। ਹਾਂਜੀ, ਠੀਕ ਆ। ਸੁਣਦੇ ਜ਼ਰੂਰ ਆਇਓ, ਮੈਨੂੰ ਪਤਾ ਕਾਫੀ ਟਾਈਮ ਹੋ ਗਿਆ ਦੱਸਿਆ ਸੀ, ਕੁਛ ਬਾਂਸ ਦਾ ਦੱਸਿਆ ਸੀ। ਠੀਕ ਹੈ, ਸਤਿ ਸ਼੍ਰੀ ਅਕਾਲ। ਠੀਕ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਦੱਸਿਓ ਜ਼ਰੂਰ। ਕਈ ਵਾਰੀ ਬੱਚੇ, ਮਾਂ ਬਾਪ ਆ, ਉਹਨਾਂ ਨੂੰ ਫਿਕਰ ਪੈ ਜਾਂਦਾ ਕਿ ਸਾਡੇ ਬੱਚੇ ਦਾ ਕੱਦ ਵਧਿਆ ਕਿਉਂ ਨਹੀਂਗਾ। ਕਈ ਮੈਂ ਵੀ ਦੇਖਿਆ, ਖੁਦ ਦੇਖਿਆ ਕਿ ਕਈਆਂ ਦਾ 21 ਸਾਲ ਬਾਅਦ ਵੀ ਕੱਦ ਵੱਧਦਾ। ਪਰ ਮੇਰੀ ਗੱਲ 'ਤੇ ਨਾ ਰਹਿਓ, ਪਰ ਉਹ ਬੱਚੇ ਨੂੰ ਕਹਿੰਦੇ ਆ ਵੀ ਝੂਟਣੀਆਂ ਚਾਹੀਦੀਆਂ ਪੀਂਘਾਂ ਫੜ ਕੇ ਉੱਤੋਂ, ਜਿੱਦਾਂ ਇੰਡੀਆ ਦੇ ਵਿੱਚ ਕੀਲੀਆਂ ਹੁੰਦੀਆਂ ਸੀਗੀਆਂ। ਇੱਥੇ ਪਾਰਕ ਵਿੱਚ ਜਾਓਗੇ ਨਾ, ਝੂਲੇ ਲੱਗੇ ਹੁੰਦੇ ਆ, ਬੱਚੇ ਨੂੰ ਫੜ ਕੇ ਉੱਤੋਂ ਤਾਂ ਲਮਕਣਾ ਚਾਹੀਦਾ ਆ, ਉਹ ਵੀ ਬਹੁਤ ਫਰਕ ਪੈਂਦਾ ਹੈਗਾ। ਪਲਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਬੇਟੀ 5 ਸਾਲ ਦੀ ਹੈ, ਦੰਦ ਬੜੀ ਉਹ ਕਿਰਚਦੀ ਹੈ। ਹਾਂਜੀ, ਬਹੁਤ ਰਾਤ ਨੂੰ
ਤੇ ਉਹਦੇ ਬਾਰੇ ਜੇ ਕਿਸੇ ਨੂੰ ਪਤਾ ਤਾਂ ਦੱਸੋ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਅਮਰਜੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਤਾਂ ਦੱਸਣਾ ਸੀ, ਕਹਿੰਦੇ ਸੀ ਘਰਾੜੇ ਜਿਹੜੇ ਮਾਰਦੇ ਆ ਇਹ, ਹਾਂਜੀ, ਉਹ ਹਰ ਟਰੱਕ ਤੇ ਰਹਿੰਦੇ ਆ। ਚਲੋ ਦੇਸੀ ਘਿਓ ਨਾ ਸਹੀ, ਬਦਾਮ ਰੋਗਨ ਰੱਖ ਲੈਣ ਹਰ ਰੋਜ਼, ਕੁਛ ਵੀ ਹੋਵੇ। ਹਾਂਜੀ, ਤੇ ਪੈਣ ਲੱਗੇ ਥੋੜਾ ਜਿਹਾ ਚਮਚਾ ਪੀ ਵੀ ਲੈਣ ਤੇ ਹਰ ਰੋਜ਼ ਪਾਉਣ ਤੇ ਕੰਨਾਂ ਵਿੱਚ ਵੀ ਲਾਉਣ ਤੇ ਬਿਲਕੁਲ ਠੀਕ। ਨੱਕ 'ਚ ਵੀ ਲਾਉਣਾ, ਪੀਣਾ ਵੀ ਆ, ਕੰਨਾਂ 'ਚ ਵੀ ਆ। ਹਾਂਜੀ, ਨੱਕ ਵਿੱਚ ਇੰਨਾ ਪਾਉਣਾ ਜਾਣੀ ਪਤਾ ਲੱਗ ਜੇ ਵੀ ਗਲ ਦੇ ਵਿੱਚ ਚਲਿਆ ਗਿਆ। ਅੱਛਾ ਅੱਛਾ, ਠੀਕ ਆ। ਹਾਂਜੀ, ਤੇ ਮੈਂ ਗੋਡਿਆਂ ਬਾਰੇ ਪੁੱਛਣਾ। ਮੇਰੇ ਗੋਡੇ ਬਹੁਤ ਦੁਖਦੇ ਨੇ, ਸਵਾ ਕੁ ਸਾਲ ਹੋ ਗਿਆ। ਜੇ ਤਾਂ ਮੈਂ ਸੇਕ ਦਿੰਨੀ ਆ ਤਾਂ ਜ਼ਿਆਦਾ ਦੁਖਦੇ ਆ, ਜੇ ਆਈਸ ਦਾ ਸੇਕ ਦਿੰਨੀ ਆ ਤਾਂ ਜ਼ਿਆਦਾ ਦੁਖਦੇ ਆ। ਕੜਕ ਕਰਦੇ ਆ। ਮੈਂ ਦੇਸੀ ਇਲਾਜ ਤਾਂ ਬਹੁਤ ਚੱਲਦਾ ਕਰਦੀ। ਮੈਂ ਹੁਣ ਕਿੰਨੇ ਦਿਨ ਹੋ ਗਏ, ਹੁਣ ਕੱਲਾ ਕੁਆਰੀ ਘੁਮਾਈ ਜਾਂਦੇ ਉਹਦੇ ਤੇ ਗੋਡਿਆਂ ਤੇ ਲਾਈ ਜਾਂਦੇ। ਠੀਕ ਹੈ। ਅਖਰੋਟ ਵਗੈਰਾ ਵੀ ਖਾਣੇ? ਹਾਂਜੀ ਹਾਂਜੀ, ਮਗਜ। ਠੀਕ ਹੈ, ਠੀਕ ਹੈ। ਚਲੋ ਆਪਾਂ ਪੁੱਛਦੇ ਹਾਂ ਜੀ, ਕਿਸੇ ਨੇ ਦੱਸਿਆ ਤਾਂ ਸੀਗਾ। ਹਾਂਜੀ, ਠੀਕ ਹੈ, ਥੈਂਕ ਯੂ ਜੀ। ਦਲਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ ਮੈਂ ਪੁੱਛਣਾ ਸੀਗਾ, ਮੇਰੀ ਬੇਟੀ ਆ, ਉਹਦੇ ਨਾਲ ਮੂੰਹ ਤੇ ਫਿੰਸੀਆਂ ਬਹੁਤ ਹੋ ਗਿਆ। ਉਹ ਏਦਾਂ ਵੀ ਨਹੀਂ ਹੈਗੀਆਂ ਵੀ ਚਿੱਟੇ ਮੂੰਹ ਵਾਲੀਆਂ, ਉਹਦੇ ਲਾਲ ਮੂੰਹ ਬਹੁਤ ਹੋਇਆ ਪਿਆ, ਗੱਲਾਂ ਮੱਥਾ ਉਹਦਾ ਭਰਿਆ ਪਿਆ। ਐਕਨਿਸ, ਹਾਂ ਠੀਕ ਹੈ। ਕੀ ਲਾ ਸਕਦੇ? ਹਾਂਜੀ ਠੀਕ ਆ। ਉੱਦਾਂ ਤੇ ਜੇ ਉਹ ਦੌੜੇ ਭੱਜੇ ਨਾ ਥੋੜ੍ਹੀ ਜਿਹੀ, ਤਾਂ ਉਹਦੇ ਨਾਲ ਵੀ ਫਰਕ ਪੈ ਜਾਣਾ ਆ। ਤੇ ਵੈਸੇ ਤੁਹਾਡਾ ਥੋੜਾ ਮੌਸਮ ਵੀ ਥੋੜਾ ਡਿਫਰੈਂਟ ਆ। ਤੁਹਾਡਾ ਥੋੜਾ ਜਿਹਾ ਮੌਸਮ ਵੀ ਡਿਫਰੈਂਟ ਆ। ਤੁਸੀਂ ਮੰਨੋ ਜਾਂ ਨਾ ਮੰਨੋ, ਕਈਆਂ ਨੂੰ ਸੂਤ ਬਹਿੰਦਾ ਆ, ਪਰ ਜਿਹੜੀਆਂ ਉਹਦੇ ਐਕਨੀਸ ਹੋਈਆਂ ਕਈਆਂ ਨਿਆਣਿਆਂ ਦੇ ਹੋ ਜਾਂਦੀਆਂ ਆ। ਸਕਿਨ ਦੀ ਪ੍ਰੋਬਲਮ ਆ ਇਹ। ਹਾਂਜੀ ਹਾਂਜੀ ਹਾਂਜੀ। ਹਾਰਮੋਨ ਬੈਲੈਂਸ ਤਾਂ ਹੋਊਗਾ ਜਾਂ ਕਿੰਨੇ ਸਾਲਾਂ ਦੀ? ਉਹ 21 ਦੀ ਹੈ ਜੀ। ਹਾਂਜੀ ਹਾਂਜੀ, ਹੁੰਦਾ ਆ ਕਈਆਂ ਨੂੰ। ਮੈਂ ਖੁਦ, ਮੇਰੀ ਸਕਿਨ ਨੂੰ ਪ੍ਰੋਬਲਮ ਪੈਂਦੀ ਹੈ। ਹਾਂ, ਹੁਣ ਥੋੜੇ ਜਿਹੇ ਦਿਨਾਂ ਤੋਂ ਹੋਈਆਂ ਤੇ ਮੂੰਹ ਬਾਲਾ ਜ਼ਿਆਦਾ ਭੈੜਾ। ਚਲੋ ਕੋਈ ਨਹੀਂ, ਉਹਦਾ ਨਿੰਮ ਦਾ ਤੇਲ ਲਾਓ ਤੁਸੀਂ, ਨਿੰਮ ਦਾ ਤੇਲ ਲਾਵੋ। ਓਕੇ ਜੀ। ਤੇ ਵੈਸੇ ਆਪਾਂ ਪੁੱਛਦੇ ਹਾਂ ਕਿਸੇ ਨੂੰ, ਕਿਉਂਕਿ ਇਹ ਪ੍ਰੋਬਲਮ ਤੇ ਬਹੁਤ ਲੋਕਾਂ ਨੂੰ ਹੈਗੀ ਆ, ਐਕਨਿਸ ਹੋਣ ਦੀ ਆ। ਹਾਂ, ਤੇ ਹੋਰ ਵੀ ਆਪਾਂ ਪੁੱਛ ਲੈਂਦੇ ਹਾਂ। ਕਹਿੰਦੇ ਜਦੋਂ ਕਿਤੇ ਤੁਹਾਡੇ ਪੋੜੇ ਫਿੰਸੀਆਂ ਕੁਛ ਵੀ ਹੋ ਜਾਂਦਾ ਨਾ ਬਾਡੀ ਤੇ ਇੱਕ ਟਾਵਲ ਲੈ ਲਓ, ਉਹਨੂੰ ਥੋੜਾ ਜਿਹਾ ਗਰਮ ਪਾਣੀ ਦੇ ਵਿੱਚ ਉਹਨੂੰ ਕਰਕੇ ਤੇ ਉਹਨੂੰ ਲਾਇਆ ਜ਼ਰੂਰ ਕਰੋ ਉੱਤੇ। ਪਰ ਕੋਸ਼ਿਸ਼ ਕਰਿਓ ਕਿ ਉਹ ਫੇਵੇਂ ਨਾ, ਕਾਲੇ ਨਾ ਹੋ ਜਾਣ, ਨਹੀਂ ਤਾਂ ਉਹ ਦਾਗ ਪੈ ਜਾਂਦੇ ਆ ਮੂੰਹ ਦੇ ਵਿੱਚ। ਗੁਰਦੀਪ ਭੁੱਲਰ। ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਪੁੱਤਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਪੁੱਛਣਾ? ਮੈਂ ਮੁੰਡਾ ਵਾ 20-25 ਸਾਲਾਂ ਦਾ, ਤੋਂ ਕੋਲ ਐਕਸੀਡੈਂਟ ਹੋ ਗਏ ਤੋਂ ਮਹੀਨਾ ਹੋ ਗਿਆ। ਨਾ ਮੁੰਡਾ ਰੋਟੀ ਖਾਂਦਾ, ਨਾ ਸੌਂਦਾ, ਨਾ ਕੁਝ, ਫਿਰਦਾ ਰਹਿੰਦਾ ਹੈ। ਠੀਕ ਆ। ਨਾ ਬੋਲਦਾ ਏ। ਤੇ ਪੁੱਤਰ ਦੱਸਿਓ, ਕੋਈ ਪੁੱਛਵੇ। ਹਾਂਜੀ ਜ਼ਰੂਰ ਪੁੱਛਦੇ ਹਾਂ ਗੁਰਦੀਪ ਕੌਰ ਜੀ। ਦੇਖਿਓ, ਫਿਰ ਕਈ ਵਾਰੀ ਬੱਚੇ ਸਦਮੇ 'ਚ ਚਲੇ ਜਾਂਦੇ, ਜਾਂ ਜੇ ਕਿਸੇ ਦਾ ਇਸ ਤਰ੍ਹਾਂ ਹੋ ਜਾਏ ਨਾ, ਉਹਨੂੰ ਫਿਰ ਸਦਮਾ ਹੀ ਲੱਗ ਜਾਂਦਾ। ਨਾ ਖਾਣ ਨੂੰ ਜੀ ਕਰਦਾ, ਨਾ ਬੋਲਣ ਨੂੰ ਜੀ ਕਰਦਾ, ਨਾ ਪਹਿਨਣ ਨੂੰ ਜੀ ਕਰਦਾ, ਕੁਛ ਨਹੀਂ ਕਰਦਾ ਹੁੰਦਾ। ਪਰ ਜੇ ਕਿਸੇ ਨੂੰ ਐਕਸਪੀਰੀਅੰਸ ਹੈ, ਦੱਸ ਜ਼ਰੂਰ ਦਿਓ। ਸੁਰਿੰਦਰ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਇੱਕ ਭਾਈ ਸਾਹਿਬ ਹੁਣੇ ਪੁੱਛਦੇ ਸੀ ਨਾ ਦੰਦਾਂ ਦਾ ਬੱਚੇ ਦਾ। ਹਾਂਜੀ, ਉਹਦਾ ਮੈਂ ਦੱਸਣਾ ਸੀ, ਸਾਡੇ ਵੀ ਇਸ ਤਰ੍ਹਾਂ ਮੇਰੇ ਦੋਤੀ। ਹਾਂਜੀ। ਤੇ ਇਹ ਜਾੜਾਂ ਜੀ ਆ ਤਾਂ ਉਹ ਤਾਂ ਭੈਣ ਭਰਾਉਣੀਆਂ ਪੈਣਗੀਆਂ। ਦਾੜਾਂ ਭਰਾਉਣੀਆਂ ਪੈਣਗੀਆਂ? ਕਿਉਂ ਡਾਕਟਰ ਨੇ ਦੱਸਿਆ ਵੀ ਸਿਰਫ ਜਿਹੜੇ ਮੂਲੇ ਦੰਦ ਹੁੰਦੇ ਆ ਨਾ, ਉਹੀ ਟੁੱਟ ਕੇ ਆਉਂਦੇ ਆ, ਦਾੜਾਂ ਨਹੀਂ ਟੁੱਟਦੀਆਂ। ਅੱਛਾ ਜੀ। ਉਹ ਵੀ ਟਲ ਗਏ ਸੀ, ਕਹਿੰਦੇ ਸੀ ਚਲ ਰਹਿਣ ਦਿੰਦੇ ਆ, ਪਰ ਪ੍ਰੋਬਲਮ ਜ਼ਿਆਦਾ, ਉਹਨੂੰ ਇਨਫੈਕਸ਼ਨ ਹੋ ਗਈ। ਅੱਛਾ। ਤੇ ਇਨਫੈਕਸ਼ਨ ਹੋਣ ਕਰਕੇ ਸਗੋਂ ਉਹਨਾਂ ਦਾ ਬਹੁਤ ਖਰਚਾ ਹੋਇਆ। ਠੀਕ ਆ। ਤੇ ਇਹਨਾਂ ਨੂੰ ਭਰਾਉਣੀਆਂ। ਠੀਕ ਹੈ ਜੀ। ਬੈਟਰ ਤਾਂ ਇਹ ਨਹੀਂ ਭਰਾ ਲੈਣ ਤੇ ਜ਼ਿਆਦਾ ਹੋ ਜਾਣੀ ਮੁਸ਼ਕਿਲ। ਬਾਕੀ ਜਿਹੜਾ ਇੱਕ ਰੇਸ਼ੇ ਦਾ ਪੁੱਛਦੇ ਸੀ ਨਾ, ਹਾਂਜੀ, ਉਹਦੇ ਲਈ ਸ਼ਹਿਦ ਤੇ ਆਪਣਾ ਸੁਹਾਗਾ। ਹਾਂਜੀ, ਖਿੱਲ ਕਰਨੀ ਜੇ ਉਦਾਂ ਹੀ? ਹਾਂਜੀ, ਖਿੱਲ ਕਰਨੀ ਸੁਹਾਗੇ ਦੀ? ਹਾਂਜੀ, ਉਹ ਖਿੱਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਜੀ। ਹਾਂਜੀ, ਖਿੱਲ ਕਰਨੀ, ਉਹ ਖਿੱਲ ਵੀ ਚੰਗੀ ਤਰ੍ਹਾਂ ਹੋਈ ਹੋਵੇ। ਹਾਂਜੀ, ਵੀ ਕੱਚਾ ਨਹੀਂ ਰਹਿਣਾ ਚਾਹੀਦਾ ਉਹ। ਤੇ ਲੈਣਾ ਵੀ ਸਮਝ ਲਓ ਜਿਵੇਂ ਆਪਾਂ ਕਹਿੰਦੇ ਚੁਟਕੀ ਖਵਾਓ। ਚੁਟਕੀ ਖਿਲਾਣੀ ਆ ਸੁਹਾਗੇ ਦੀ। ਖਿੱਲ ਕਰਕੇ ਕੁੱਟ ਕੇ ਪਾਊਡਰ ਬਣਾ ਕੇ ਚੁਟਕੀ ਖਿਲਾਣੀ ਆ। ਹਾਂ, ਉਹਦੀ ਚੁਟਕੀ ਸ਼ਹਿਦ ਚ ਮਿਲਾ ਕੇ ਲੈਣੀ ਹੈ। ਹਾਂਜੀ ਠੀਕ ਹੈ ਜੀ। ਤੇ ਉਹਦੇ ਨਾਲ ਬਹੁਤ ਫਰਕ ਪੈਂਦਾ ਰੇਸ਼ੇ। ਠੀਕ ਹੈ ਜੀ। ਠੀਕ ਹੈ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਇਹ ਚੀਜ਼ਾਂ ਫਟਕੜੀ ਜਾਂ ਹੋਇਆ, ਸੁਹਾਗਾ ਹੋਇਆ, ਕੋਈ ਵੀ ਚੀਜ਼ਾਂ ਜਿਹੜੀਆਂ ਪਈਆਂ ਸਟੋਰਾਂ 'ਤੇ, ਜਿਹੜੀਆਂ ਤੁਹਾਨੂੰ ਦੱਸੀਆਂ ਜਾਂਦੀਆਂ, ਉਹ ਕੰਮ ਆਉਂਦੀਆਂ ਜੀ। ਕਈ ਦਵਾਈਆਂ ਦੇ ਵਿੱਚ ਇਹ ਚੀਜ਼ਾਂ ਪੈਂਦੀਆਂ, ਕਈ ਤੁਹਾਨੂੰ ਉੱਥੇ ਟੱਕ ਲਪੇਟ ਕੇ ਦਿੰਦੇ ਆ ਨਾ, ਆਪਾਂ ਜਦੋਂ ਇੰਡੀਆ ਜਾਂਦੇ ਇੱਦਾਂ ਦੇ ਡਾਕਟਰਾਂ ਦੇ, ਅਤੇ ਉਹ ਇਹ ਚੀਜ਼ਾਂ ਹੁੰਦੀਆਂ। ਅਤੇ ਆਪਾਂ ਇੱਕ ਬ੍ਰੇਕ ਵੀ ਲੈਣੀ ਆ, 2 ਕਾਲਰ ਲੈ ਲਾਂਗੇ। ਸੁਖਤੇਜ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਆਪਣੀ ਬੇਟੀ ਹੁਣੀ ਪੁੱਛਦੀ ਸੀ, ਫਾਦਰ ਕੰਮ ਕਰਦੇ ਆ ਰੈਸਟੋਰੈਂਟ ਤੇ। ਹਾਂਜੀ। ਤੇ ਉਹਨਾਂ ਦੀਆਂ ਅੱਡੀਆਂ ਵਧੀਆ ਆ? ਅੱਡੀਆਂ ਦੁਖਦੀਆਂ? ਹਾਂਜੀ,
ਹੱਡੀਆਂ ਦੁਖਦੀਆਂ, ਹੱਡੀ ਉਹ ਕਹਿੰਦੇ ਹੱਡੀ ਵਧੀਆ, ਜਿਹੜਾ ਡਾਕਟਰ ਕਹਿੰਦਾ ਨਾ ਹੱਡੀ ਦੀ ਨਾ। ਹਾਂਜੀ ਹਾਂਜੀ। ਇੱਕ ਤਾਂ ਜਿਹੜੇ ਬੰਦੇ ਨਾ ਮਾਈਂਡ ਨਾ ਕਰਨ, ਜਿਹੜੇ ਆਪਾਂ ਸ਼ੂ ਪਾਉਣੇ ਆ ਨਾ ਬਹੁਤ ਗਲਤ ਪਾਉਣੇ ਆ। ਹਾਂਜੀ ਹਾਂਜੀ, ਸ਼ੂ ਹੀ ਨਹੀਂ ਵਧੀਆ ਹੁੰਦੇ। ਹਾਂਜੀ, ਉਹਨਾਂ ਨੂੰ ਦੱਸੋ ਵੀ ਮੈਂ ਖੜ ਕੇ ਕੰਮ ਕਰਦਾ ਹਾਂ, ਤੁਹਾਨੂੰ ਸ਼ੂ ਦੇਣਗੇ ਨਾਲ ਇਨਸੋਲ ਵੀ ਦੇਣਗੇ ਜੀ, ਤੇ ਇਹਨਾਂ ਨਾਲ ਉਹਨਾਂ ਫਰਕ ਪਊਗਾ। ਤੇ ਇੱਕ ਉਹ ਨਾ ਜਿਹੜਾ ਜਰਾਬ ਦੇ ਵਿੱਚ ਚੌਲਾਂ ਵਾਲਾ ਨੁਕਸਾ ਭੈਣ ਜੀ, ਉਹ ਬਹੁਤ ਇਫੈਕਟਡ ਆ, ਉਹ ਬਹੁਤ ਵਧੀਆ ਆ। ਮਤਲਬ ਮਾਈਕ੍ਰੋਵੇਵ ਜਰਾਬਾਂ 'ਚ ਚੌਲ ਤੁਸੀਂ ਦੁਬਾਰਾ ਤੋਂ ਦੱਸੋ, ਸ਼ਾਇਦ ਉਹ ਸੁਣਿਆ ਹੀ ਨਹੀਂ ਸੀ। ਨਹੀਂ, ਉਹ ਇਦਾਂ ਹੈ ਭੈਣ ਜੀ, ਦੇਖੋ ਪਹਿਲਾਂ ਤਾਂ ਦੇਖੋ ਆਪਣੇ ਚੇਂਜ ਕਰਨ ਹਰ ਸਾਲ। ਜੇ ਰੈਸਟੋਰੈਂਟ ਤੇ ਸ਼ੂ ਕੰਮ ਕਰਨਾ ਨਾ ਉਹਨਾਂ ਨੇ, ਆਪਣੇ ਹਰ ਸਾਲ ਉਹਨਾਂ ਨੂੰ ਨਵੇਂ ਸ਼ੂ ਲੈਣੇ ਪੈਣੇ ਆ। ਘੱਟੋ ਘੱਟ $200 ਦੇ ਸ਼ੂ ਆਉਂਦੇ ਜੀ ਜੀ। ਫਿਰ ਉਹਨਾਂ ਵਿੱਚ $45 ਤੋਂ $90 ਦੇ ਸੋਲ ਪੈਣ ਜੀ, ਠੀਕ ਆ। ਦੂਜੀ ਜਿਹੜਾ ਜੇ ਉਹ ਵੀ ਨਹੀਂ ਕਰਨਾ, ਪਰ ਉਹਨਾਂ ਨੂੰ ਕਰਨਾ ਚਾਹੀਦਾ, ਕਿਉਂਕਿ ਖੜ ਕੇ ਕੰਮ ਕਰਨਾ ਬਹੁਤ ਔਖਾ ਹੁੰਦਾ। ਦੂਜੀ ਗੱਲ ਇਹ ਹੈਗੀ ਆ ਕਿ ਜਿਹੜੇ ਚੌਲ ਹੁੰਦੇ ਨਾ, ਉਹਨਾਂ ਨੂੰ ਜਰਾਬ ਦੇ ਵਿੱਚ ਪਾ ਕੇ ਕਾਟਨ ਦੇ ਵਿੱਚ ਤੇ ਮਾਈਕ੍ਰੋਵੇਵ 'ਚ ਗਰਮ ਕਰਕੇ ਤਾਂ ਉਹਨਾਂ ਨੂੰ ਸੇਕ ਦੇਣਾ ਦੋਨਾਂ ਹੱਡੀਆਂ ਜੀ। ਜਿਹੜੀ ਹੱਡੀ ਵਧੀ ਉਹ ਡਾਕਟਰ ਕਹਿੰਦਾ ਨਾ ਉਹਨੇ ਮੈਲਟ ਕਰ ਦੇਣੀ ਆ ਉਹ। ਹਾਂਜੀ ਹਾਂਜੀ, ਹੱਡੀ ਵਧੀ ਕੋਈ ਹੱਡੀ ਨਹੀਂ ਵਧਦੀ, ਉਹ ਬਹੁਤ ਸਹੀ ਉਹਨਾਂ ਦਾ ਹੋ ਜਾਣਾ ਆਰਾਮ। ਇਹ ਮੇਰਾ ਤਜਰਬਾ ਕੀਤਾ ਹੈ ਖੁਦ ਤੇ। ਮੇਰੀ ਹੱਡੀ ਨਹੀਂ ਸੀ ਹੱਟਦੀ, ਮੈਂ ਟੀਕੇ ਲਵਾਏ ਸੀ, ਪਰ ਜਦੋਂ ਮੈਂ ਰੇਡੀਓ ਤੇ ਕਿਸੇ ਨੇ ਇੱਥੇ ਹੀ ਮੈਨੂੰ ਫੀਡਬੈਕ ਮਿਲੀ, ਕਿਸੇ ਨੇ ਦੱਸਿਆ ਸੀ ਉਹ ਇਲਾਜ ਕਰੋ, ਸਭ ਤੋਂ ਵਧੀਆ ਉਹੀ ਕਰਨ। ਉਹ ਡਾਕਟਰ ਦੇ ਚੱਕਰ 'ਚ ਨਾ ਪੈਣਾ, ਡਾਕਟਰ ਨੇ ਟੀਕੇ ਟੂਕੇ ਲਾਈ ਜਾਣੇ ਉਹਨਾਂ ਦੇ, ਉਹ ਬਸ ਉਹਨਾਂ ਆਪਣਾ ਕੰਮ ਚਲਾਈ ਜਾਣਾ। ਹਾਂਜੀ ਹਾਂਜੀ, ਸ਼ੂ ਤੇ ਬਸ ਵੱਡੀਆਂ ਚੀਜ਼ਾਂ ਆ ਤੇ ਸ਼ੂ ਤੇ ਇਨਸੋਲ ਦੋਨੋਂ ਉਹਨਾਂ ਨੂੰ ਚੇਂਜ ਕਰਨੇ ਪੈਣੇ ਆ ਤੇ ਸੇਕ ਦੇਣਾ ਪੈਣਾ ਚੌਲਾਂ ਜੀ। ਬਾਕੀ ਭੈਣ ਜੀ ਮੇਰੀ ਖੱਬੀ ਬਾਂਹ ਆ, ਉਹਨੂੰ ਡਾਕਟਰ ਕਹਿੰਦਾ ਇਨਫੋਰਮੇਸ਼ਨ ਹੋਈ ਆ ਕਿਸੇ ਮਸਲ ਤੇ ਉਹਦਾ ਜੇ ਕਿਸੇ ਨੂੰ ਕੋਈ ਇਲਾਜ ਹੋ। ਜ਼ਰੂਰ ਜੀ ਜ਼ਰੂਰ, ਆਪਾਂ ਪੁੱਛਦੇ ਆ। ਉਹਦਾ ਕਹਿੰਦੇ ਬੋਡੀ ਦੇ ਵਿੱਚ ਕਿਤੇ ਵੀ ਏਦਾਂ ਹੁੰਦਾ ਆ, ਜਿੰਨਾ ਚਿਰ ਕੋਈ ਇਲਾਜ ਨਹੀਂ ਦੱਸਦਾ ਉਹਨਾਂ ਚਿਰ ਤਾਂ ਕਹਿੰਦੇ ਵੀ ਜਿਹੜੀ ਤੁਲਸੀ ਦੀ ਚਾਹ ਵਗੈਰਾ ਆ ਜਾਂ ਅਸ਼ਵਗੰਧਾ ਆ, ਇਹ ਵੀ ਘੱਟ ਕਰਦੇ ਇਹਨਾਂ ਚੀਜ਼ਾਂ ਨੂੰ, ਪਰ ਆਪਾਂ ਪੁੱਛਦੇ ਜ਼ਰੂਰ ਆ। ਠੀਕ ਹੈ, ਥੈਂਕ ਯੂ ਭੈਣ। ਥੈਂਕ ਯੂ ਜੀ, ਥੈਂਕ ਯੂ। ਕੁਲਵਿੰਦਰ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਵੀ ਆਹੀ ਦੱਸਣਾ ਸੀ ਬੱਚੇ ਦੀਆਂ ਜੜ੍ਹਾਂ ਵਾਸਤੇ। ਸਾਡੇ ਵੀ ਹੈਗੇ ਰਿਸ਼ਤੇਦਾਰ, ਉਹਨਾਂ ਨੇ ਵੀ ਭਰਾਈਆਂ ਹੀ ਨੇ ਬੱਚੀਆਂ ਜੜ੍ਹਾਂ। ਅੱਛਾ ਜੀ, ਭਰਾਉਣ ਨਾਲ ਠੀਕ ਹੋ ਗਿਆ? ਹਾਂਜੀ, ਭਰਾਉਣ ਨਾਲ ਠੀਕ ਹੋਈਆਂ ਨੇ। ਠੀਕ ਹੈ। ਤੇ ਇੱਕ ਕਿਨੇ ਦੱਸਿਆ ਸੀਗਾ ਕਿਡਨੀਆਂ ਬਾਰੇ, ਉਹ ਵੀ ਅੱਜ ਮੈਂ ਉਹਨਾਂ ਨੂੰ ਦੱਸੂਗੀ। ਹਾਂਜੀ ਹਾਂਜੀ, ਤੁਸੀਂ ਪੁੱਛਿਆ ਸੀ। ਹਾਂ ਹਾਂਜੀ, ਤੇ ਇੱਕ ਤੀਜਾ ਮੈਂ ਦੱਸਣਾ ਸੀਗਾ ਜਿਹਦੇ ਬੱਚਾ ਨਹੀਂ ਠਹਿਰਦਾ ਹੈਗਾ, ਤੇ ਉਹ ਮੇਰੇ ਕੋਲ ਹੁਣ ਲਿਖੀਆਂ ਹੋਈਆਂ ਨੇ ਦਵਾਈਆਂ। ਹੁਣ ਮੈਂ ਕੰਮ ਤੇ ਹੁੰਦੀ ਆ, ਮੈਂ ਲਿਖਾ ਨਹੀਂ ਸਕਦੀ। 14 ਚੀਜ਼ਾਂ ਨੇ। ਕੋਈ ਨਹੀਂ, ਜਦੋਂ ਟਾਈਮ ਹੋਇਆ ਲਿਖਾ ਦਾ। ਕਿੰਨੇ ਵਜੇ ਹਟਦੇ ਆ ਤੁਸੀਂ? ਮੈਂ 2:30 ਵਜੇ ਹਟਦੀ ਆ, ਤੜਕੇ 2 ਵਜੇ। ਅੱਛਾ ਅੱਛਾ, ਨਹੀਂ 2-2:30 ਵਜੇ ਤਾਂ ਨਾ ਕਰਿਓ ਤੁਸੀਂ। ਤੇ ਹੁਣ ਜੇ 1 ਘੰਟੇ ਦੇ ਵਿੱਚ ਵਿੱਚ ਦੁਬਾਰਾ ਬ੍ਰੇਕ ਲੈ ਕੇ ਕਰ ਦੋ ਤਾਂ ਵਧੀਆ ਹੋਊਗਾ। ਵੀ ਤੁਹਾਨੂੰ ਹੀ ਲਿਖਾ ਦੇਵਾਂ ਮੈਂ ਫਿਰ? ਜੇ ਇਦਾਂ ਤਾਂ ਲਿਖਾ ਦਿੰਦੇ ਤਾਂ ਬਹੁਤ ਹੀ ਵਧੀਆ ਸੀਗਾ। ਚਲੋ ਠੀਕ ਆ, ਮੈਂ 8:30 ਵਜੇ ਬ੍ਰੇਕ ਹੁੰਦੀ ਆ ਮੇਰੀ। ਠੀਕ ਹੈ ਠੀਕ ਹੈ, ਕੋਈ ਨਹੀਂ। ਹਾਂਜੀ ਠੀਕ ਆ, ਚਲੋ ਥੈਂਕ ਯੂ ਜੀ, ਥੈਂਕ ਯੂ। ਸੀਮਾ ਕੱਪੜੇ, ਥੈਂਕ ਯੂ ਜੀ। ਹਾਂਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ। 4082725200 ਸਟੂਡੀਓ ਫੋਨ ਨੰਬਰ ਆ। 8:30 ਇਹ ਨਹੀਂ, ਹੋਰ ਸਟੇਟ ਦਾ ਦੱਸਿਆ ਜੀ। ਉੱਥੋਂ ਜੇ ਇਹਨਾਂ ਦਾ ਟਾਈਮ ਲੱਗ ਗਿਆ ਤਾਂ ਜ਼ਰੂਰ ਲਿਖਾ ਦੇਣਗੇ। ਜੇ ਕਿਸੇ ਕੋਲ ਕੋਈ ਵੀ ਇਲਾਜ ਹੁੰਦਾ ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ। ਤੁਹਾਡਾ ਦੱਸਿਆ ਹੋਇਆ ਇਲਾਜ ਆ ਜਿਹੜਾ, ਲੋਕੀ ਕਈ ਦਵਾਈਆਂ ਤੋਂ ਬਚ ਜਾਂਦੇ ਬਹੁਤ। ਜਿਸ ਤਰ੍ਹਾਂ ਹੁਣ ਕਿਡਨੀ ਦਾ ਦੱਸਿਆ, ਜੇ ਕੋਈ ਕਰ ਲੂਗਾ ਤਾਂ ਬਹੁਤ ਵਧੀਆ। ਡਾਕਟਰ ਕੋਲ ਜਾਓਗੇ, ਉਹਨੇ ਤੁਹਾਨੂੰ ਕਹਿਣਾ ਨਹੀਂ ਨਹੀਂ ਨਹੀਂ, ਤੁਸੀਂ ਨਿੰਬੂ ਦੇ ਲਾਗੇ ਨਹੀਂ ਜਾਣਾ ਹੈਗਾ। ਪਰ ਇਹ ਤਾਂ ਕੀਤਾ ਹੋਇਆ ਲੋਕਾਂ ਨੇ, ਉਹ ਦੱਸ ਰਹੇ ਆ ਜਿਹੜੇ ਇਹ ਤਾਂ ਐਕਸਪੀਰੀਅੰਸ ਆ ਲੋਕਾਂ ਦਾ, ਉਹਨੂੰ ਸ਼ੇਅਰ ਕਰਦੇ ਹਾਂ। 4082725200 ਸਟੂਡੀਓ ਫੋਨ ਨੰਬਰ ਹੈ। ਇੱਕ ਬ੍ਰੇਕ ਤੋਂ ਬਾਅਦ ਉਹਨੇ ਵਾਪਸ